ਸਰੀਰ ਸਵਸਥ ਖੀਣ ਸਮਏ। ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ। ਪ੍ਰਭ ਦਾਤੋ ਦਾਤਾਰ, ਹਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ, ਜੇਹ ਲਗ ਭਵਜਲ ਤਰਨਾ। ਬਿਨਤ ਕਰਹੁ ਅਰਦਾਸ, ਸੁਨਹੁ ਜੇ ਠਾਕੁਰ ਭਾਵੈ। ਦੇਹ ਦਰਸ ਮਨ ਚਾਉ, ਭਗਤ ਇਹ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਾਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਫੀਲ ਰਬਾਬੀ ਬਲਦ ਪਖਾਵਚ, ਕਊਆ ਤਾਲ ਬਜਾਵੈ। ਪਹਿਰ ਚੋਲਨਾ ਗਦਹਾ ਨਾਚੈ, ਪੈਸਾ ਭਗਤ ਕਰਾਵੈ। ਰਾਜਾ ਰਾਮ ਕਕਰੀਆ ਬਰੇ ਪਕਾਏ, ਕਿਨੈ ਬੁਝਾਵਨ ਹਾਰੈ ਖਾਏ। ਰਾਵ ਬੈਠ ਸਿੰਘ ਕਰ ਪਾਨ ਲਗਾਵੈ, ਘੀਸ ਗਲੌਰੇ ਲਿਆਵੈ। ਘਰ ਘਰ ਮੁਸਰੀ ਮੰਗਲ ਗਾਵਹਿ, ਕਛੂਆ ਸ਼ੰਖ ਬਜਾਵੈ। ਬੰਸ ਕੋ ਪੂਤ ਬਿਆਹਨ ਚੱਲਿਆ, ਸੋਇਨੇ ਮੰਡਪ ਛਾਏ। ਰੂਪ ਕੰਨਿਆ ਸੁੰਦਰ ਵੇਦੀ, ਸੱਸੈ ਸਿੰਘ ਗੁਣ ਗਾਏ। ਕਹਿਤ ਕਬੀਰ ਸੁਨਹੁ ਰੇ ਸੰਤ ਹੋ, ਚੀਟੀ ਪਰਬਤ ਖਾਇਆ। ਕਛੂਆ ਕਹਿ ਅੰਗਾਰ ਭੇ ਲੋਰਉ, ਲੋਕੀ ਸ਼ਬਦ ਸੁਨਾਇਆ। ਫੀਲ ਰਬਾਬੀ ਬਲਦ ਪਖਾਵਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਦਾਨ। ਗੁਰੂ ਗਰੀਬ ਨਵਾਜ, ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦਾ ਅੱਜ ਜੋਤੀ ਜੋਤ ਪਾਵਨ ਦਿਵਸ ਹੈ। ਸੰਖੇਪ ਰੂਪ ਦੇ ਵਿੱਚ ਵਿਚਾਰ ਕਰਕੇ ਫਿਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜਾਂਗੇ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸਤਿਗੁਰੂ ਜੀ ਹਨ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੰਸਾਰ ਦੇ ਅੰਦਰ ਭਾਵੇਂ ਜਿੰਨੇ ਵੀ ਮਤਾਂ ਮਤਾਂਤਰਾਂ ਤੇ ਲੋਕ ਸਨ, ਹਰ ਇੱਕ ਧਰਮ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪਿਆਰ ਸੰਸਾਰ ਦੇ ਜੀਵਾਂ ਦੇ ਅੰਦਰ ਹੈ। ਕਿਉਂਕਿ ਜਿੰਨੇ ਵੀ ਜਗਤ ਦੇ ਮਜ਼ਹਬ ਸਨ, ਜਿੰਨੇ ਵੀ ਸੰਸਾਰ ਦੇ ਧਰਮ ਵੱਖੋ ਵੱਖਰੇ ਮਤਾਂ ਮਤਾਂਤਰਾਂ ਹਨ, ਉਹ ਕੇਵਲ ਆਪਣੇ ਧਰਮ ਦਾ ਹੀ ਪ੍ਰਚਾਰ ਕਰਦੇ ਨੇ ਤੇ ਬਾਕੀ ਸੰਸਾਰ ਦੇ ਹੋਰ ਜਿਹੜੇ ਧਰਮ ਔਰ ਮਤਾਂ ਮਤਾਂਤਰਾਂ ਹਨ, ਉਹਨਾਂ ਦਾ ਖੰਡਨ ਕਰਦੇ ਹਨ ਅਤੇ ਆਪਣੇ ਧਰਮ ਦਾ ਮੰਡਨ ਕਰਦੇ ਆ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਿਸੇ ਦੇ ਧਰਮ ਦਾ ਖੰਡਨ ਨਹੀਂ ਕੀਤਾ। ਇਹ ਜ਼ਰੂਰ ਸੰਸਾਰ ਦੇ ਜੀਵਾਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਉਹਨਾਂ ਦੇ ਧਰਮ ਦੀ ਮਰਜ਼ਾਦਾ, ਕਿਸ ਢੰਗ ਦੇ ਨਾਲ ਧਰਮ ਦੇ ਵਿੱਚ ਰਹਿ ਕੇ ਜੀਵਨ ਦੀ ਸਫਲਤਾ ਬਣਾਈ ਜਾ ਸਕਦੀ ਹੈ। ਜੇ ਮੁਸਲਮਾਨਾਂ ਦੇ ਨਾਲ ਸੰਵਾਦ ਹੋਇਆ ਤੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਮਰਜ਼ਾਦਾ ਦੱਸੀ ਹੈ ਕਿ ਤੁਹਾਡੇ ਧਰਮ ਦੀ ਮਰਜ਼ਾਦਾ ਕੀ ਹੈ। ਮੁਸਲਮਾਨ ਮੋਮ ਦਿਨ ਹੋਵੇ, ਗੁਰਬਾਣੀ ਵਿੱਚ ਕਿੰਨੇ ਸ਼ਬਦ ਹਨ ਮਹਾਰਾਜ ਸਾਹਿਬ ਜੀ ਦੇ। ਫਿਰ 5 ਨਮਾਜ਼ਾਂ ਕਿਹੜੇ ਢੰਗ ਦੇ ਨਾਲ, ਕਿਹੜੀਆਂ 5 ਨਮਾਜ਼ਾਂ ਜੀਵਨ ਵਿੱਚ ਧਾਰਨ ਕਰਨੀਆਂ ਚਾਹੀਦੀਆਂ। ਇਸੇ ਪ੍ਰਕਾਰ ਜੇ ਕੋਈ ਬ੍ਰਾਹਮਣ ਮਿਲਿਆ ਤੇ ਉਹਨੂੰ ਬ੍ਰਾਹਮਣ ਦੀ ਮਰਜ਼ਾਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦਰਸਾਈ ਹੈ। ਕੋਈ ਹਿੰਦੂ ਮਿਲਿਆ, ਉਹਨੂੰ ਹਿੰਦੂ ਮਤ ਦੀ ਮਰਜ਼ਾਦਾ ਅਨੁਸਾਰ ਧਰਮ ਦੇ ਵਿੱਚ ਰਹਿ ਕੇ ਕਿਵੇਂ ਜੀਵਨ ਸਫਲਾ ਬਣਾਈ ਦਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਕੋਈ ਪੰਡਿਤ ਮਿਲਿਆ, ਭਾਵੇਂ ਕੋਈ ਜੋਗੀ ਮਿਲਿਆ, ਕਿਸੇ ਵੀ ਮਤ ਦਾ, ਭਾਵੇਂ ਕੋਈ ਖੱਤਰੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਆ ਕਰਕੇ ਚਰਚਾ ਕਰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਉਹਦਾ ਭਲਾ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਚਰਨਾਂ ਨਾਲ ਜੋੜਦੇ ਰਹੇ ਹਨ। ਗਰੀਬ ਨਵਾਜ ਐਸੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਰਮ ਵਡਿਆਈ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਹੈ, ਜਾਹਰ ਪੀਰ ਜਗਤ ਗੁਰ ਬਾਬਾ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਗਤ ਗੁਰੂ ਕਿਹਾ ਹੈ। ਸਾਰੇ ਜਗਤ ਦੇ ਸਾਂਝੇ ਗੁਰੂ ਹਨ। ਹੋਰ ਕਿਸੇ ਵੀ ਸੰਸਾਰ ਦੇ ਦੇਵੀ ਦੇਵਤੇ, ਪੀਰ ਪੈਗੰਬਰ ਦੇ ਨਾਲ ਜਗਤ ਗੁਰੂ ਇਹ ਸ਼ਬਦ ਕਦੇ ਵੀ ਵਰਤਿਆ ਨਹੀਂ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਪਦ ਕਿਸੇ ਵੀ ਨਾਮ ਦੇ ਨਾਲ ਅਜੇ ਤੱਕ ਨਹੀਂ ਲੱਗਾ। ਸਤਿਗੁਰੂ ਜੀ ਦੇ ਅਵਤਾਰ ਧਾਰਨੇ ਤੋਂ ਪਹਿਲਾਂ ਜਿੰਨੇ ਮਰਜ਼ੀ ਸੰਸਾਰ ਦੇ ਅੰਦਰ ਪੀਰ ਪੈਗੰਬਰ ਅਵਤਾਰ ਔਲੀਏ ਆਏ ਸਨ, ਇਹ ਗੁਰੂ ਸ਼ਬਦ ਕੇਵਲ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਹੀ ਇਹ ਲੱਗਾ ਹੈ। ਸਤਿਗੁਰੂ ਜੀ ਦੇ ਨਾਮ ਨਾਲ ਹੀ ਗੁਰੂ ਪਦ ਲੱਗਾ। ਔਰ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਐਸੇ ਗਰੀਬ ਨਵਾਜ ਸਤਿਗੁਰੂ ਜੀ ਹਨ। ਸੰਸਾਰ ਭਰ ਦੇ ਤਮਾਮ ਜੀਵਾਂ ਦਾ ਭਲਾ ਕੀਤਾ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਕਵੀ ਜਨਾਂ ਦੇ ਬੋਲ ਹਨ, ਤਾਰੇ ਗਿਨੇ ਜਾਤ ਨਾ ਤਾਰੇ ਗਿਨਾਤ ਹੈ। ਆਕਾਸ਼ ਦੇ ਵਿੱਚ ਤਾਰੇ ਕਿੰਨੇ ਹਨ, ਅਣਗਿਣਤ ਹਨ, ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ।
ਆਕਾਸ਼ ਦੇ ਤਾਰਿਆਂ ਨੂੰ ਭਾਵੇਂ ਕੋਈ ਗਿਣ ਲਵੇ ਤਾਂ ਗਿਣ ਹੀ ਲਵੇ, ਪਰ ਜਿੰਨੇ ਜੀਵਾਂ ਦਾ ਉਧਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕੀਤਾ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੇਵਲ ਮਨੁੱਖ ਜਾਤੀ ਦੇ ਵਿੱਚ ਨਹੀਂ, ਜਿਹੜੇ ਕੋ ਪ੍ਰੇਤ ਸਨ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੈ। ਐਸੀ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਪਰਮ ਤੇ ਸਭ ਤੋਂ ਉੱਤਮ ਵਡਿਆਈ ਹੈ। ਔਰ ਹਜੂਰ ਨੇ ਉਦਾਸੀਆਂ ਕਰਕੇ ਸੰਸਾਰ ਭਰ ਦੇ ਕੋਨੇ-ਕੋਨੇ ਤੇ ਜੀਵਾਂ ਦਾ ਭਲਾ ਕੀਤਾ ਹੈ। ਫਿਰ ਕਿਵੇਂ ਰਾਜਾ ਜੋਗੀ ਦੀ ਤਰ੍ਹਾਂ ਜੀਵਨ ਨਿਰਵਾਹ ਕਰਨਾ ਹੈ, ਸੰਸਾਰ ਭਰ ਦੇ ਸੁੱਖਾਂ ਵਿੱਚ ਰਹਿ ਕੇ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਚਰਨਾਂ ਦੇ ਨਾਲ ਚਿੱਤ ਬਿਰਤੀ ਨੂੰ ਜੋੜ ਕੇ ਰੱਖਣਾ ਹੈ। ਸੰਸਾਰ ਦੀ ਮੋਹ ਮਮਤਾ ਵਿੱਚ ਰਹਿ ਕੇ ਵੀ ਕਿਵੇਂ ਸ਼ਬਦ ਦੇ ਨਾਲ ਸੁਰਤੀ ਬਿਰਤੀ ਨੂੰ ਜੋੜ ਕੇ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਪ੍ਰਾਪਤ ਕਰਨਾ ਹੈ। ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਸਿਖਾਇਆ ਹੈ। ਔਰ ਕਿਵੇਂ ਨਿਮਰਤਾ ਦੇ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕਰਨਾ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਘਰ ਦੀ ਵਡਿਆਈ ਹੈ। ਤੇ ਸਾਧ ਸੰਗਤ ਜੀ, ਐਸੀ ਪਰਮ ਤੇ ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਨੇ ਜਦੋਂ ਜੋਤੀ ਜੋਤ ਸਮਾਉਣਾ ਸੀ, ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਵਾਂ ਦਾ ਭਲਾ ਕਰ ਰਹੇ ਨੇ, ਕਿਉਂਕਿ ਸਤਿਗੁਰੂ ਜੀ ਨੇ ਇੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਖੇਤੀਬਾੜੀ ਦੀ ਧਰਮ ਦੀ ਕਿਰਤ ਕਰਕੇ ਸਿੱਖਾਂ ਨੂੰ ਜੀਵਨ ਜੁਗਤੀ ਦੀ ਦਾਤ ਦਰਸਾਈ ਹੈ। ਬੇਅੰਤ ਜੀਵਾਂ ਦਾ ਮਹਾਰਾਜ ਸਾਹਿਬ ਜੀ ਨੇ ਭਲਾ ਕੀਤਾ ਹੈ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਸੀ, ਜੋ ਅਸੂਵਦੀ ਪੰਚਵੀਂ ਸੰਮਤ 1596 ਬਿਕਰਮੇ ਨੂੰ 5 ਦਿਨ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਗਮਨ ਕੀਤਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਅਸੂਵਦੀ ਦਸਵੀਂ ਨੂੰ ਸਤਿਗੁਰੂ ਜੀ ਜੋਤੀ ਜੋਤ ਸਮਾਏ ਸਨ। ਜਦੋਂ ਹਜੂਰ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਭੇਜ ਦਿੱਤਾ ਸੀ ਹੁਕਮ ਕਰਕੇ ਕਿ ਇਹ ਪੁਰਖਾ ਆਪ ਹੁਣ ਖਡੂਰ ਸਾਹਿਬ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਕਿਉਂਕਿ ਸਾਡੇ ਸਾਹਿਬਜ਼ਾਦੇ ਤੁਹਾਡੇ ਨਾਲ ਈਰਖਾ ਕਰਨਗੇ, ਸਾਡੇ ਪੁੱਤਰ ਤੁਹਾਡੇ ਨਾਲ ਈਰਖਾ ਕਰਨਗੇ ਕਿ ਸਾਨੂੰ ਗੁਰਿਆਈ ਦੀ ਦਾਤ ਦੇਣ ਦੀ ਥਾਂ ਆਪਣੇ ਸੇਵਕ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਖਡੂਰ ਸਾਹਿਬ ਚਲੇ ਗਏ ਸਨ, ਫਿਰ ਬਾਬਾ ਲਹਿਣਾ ਜੀ ਦੀ ਤਰ੍ਹਾਂ ਹੀ ਭਾਈ ਸਾਧਾਰਨ ਤੇ ਭਾਈ ਕਮਲੀਆ ਦੋ ਸਿੱਖ ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕਰਦੇ ਰਹੇ ਸਨ। ਭਾਵੇਂ ਹੋਰ ਵੀ ਸਿੱਖ ਬਹੁਤ ਹਨ ਗੁਰੂ ਚਰਨਾਂ ਦੇ ਵਿੱਚ ਸੇਵਾ ਕਰਨ ਵਾਲੇ, ਪਰ ਜਿਵੇਂ ਬਾਬਾ ਲਹਿਣਾ ਜੀ ਹਿਰਦੇ ਹੋ ਕੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਸਨ, ਕਦੇ ਵੀ ਮਹਾਰਾਜ ਸਾਹਿਬ ਜੀ ਦੀ ਬਚਨਾਂ ਨੂੰ ਮੋੜਦੇ ਨਹੀਂ ਸਨ। 7 ਬਚਨ ਕਹਿ ਕੇ ਸਿਰ ਮੱਥੇ ਮੰਨਣਾ, ਜੋ ਵੀ ਸਤਿਗੁਰੂ ਜੀ ਨੇ ਹੁਕਮ ਕਰਨਾ, ਕਦੇ ਕੋ ਕਟਾਕਸ਼ ਨਹੀਂ ਸੀ ਕੀਤਾ। ਏਦਾਂ ਬਾਬਾ ਲਹਿਣਾ ਜੀ ਦੀ ਤਰ੍ਹਾਂ ਭਾਈ ਸਾਧਾਰਨ ਤੇ ਦੂਜੇ ਸਿੱਖ ਭਾਈ ਕਮਲੀਆ ਜੀ ਬੜੇ ਪਿਆਰ ਭਾਵਨਾ ਦੇ ਨਾਲ ਸੇਵਾ ਕਰਦੇ ਰਹੇ ਹਨ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਮਸ਼ਾਲਾ ਤੋਂ ਬਾਹਰ ਪਿੱਪਲ ਦੇ ਰੁੱਖ ਹੇਠਾਂ ਬੈਠ ਕੇ ਸਤਿਗੁਰੂ ਜੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਦੂਰੋਂ ਦੂਰੋਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸਿੱਖਿਆ ਪ੍ਰਾਪਤ ਕਰਦੀਆਂ ਨੇ, ਸਤਿਗੁਰਾਂ ਦੇ ਦੀਦਾਰ ਕਰਕੇ ਆਪਣਾ ਜੀਵਨ ਸਫਲਾ ਬਣਾਉਂਦੀਆਂ। ਮਹਾਰਾਜ ਸਾਹਿਬ ਜੀ ਪਿੱਪਲ ਦੇ ਰੁੱਖ ਹੇਠਾਂ ਬੈਠੇ ਉਪਦੇਸ਼ ਬਖਸ਼ਿਸ਼ ਕਰ ਰਹੇ ਆ ਤੇ ਭਾਈ ਕਮਲੀਏ ਨੂੰ ਕਿਹਾ ਕਿ ਭਾਈ ਕਮਲੀਆ, ਇਹ ਜਿਹੜੇ ਪਸ਼ੂ ਬੱਝੇ ਐ ਭੁੱਖੇ ਹਨ, ਇਹਨਾਂ ਦੇ ਵਾਸਤੇ ਜਾਂ ਪੱਠੇ ਵੱਢ ਕੇ ਲੈ ਕੇ ਆ, ਚਾਰਾ ਲੈ ਕੇ ਆ। ਜਦੋਂ ਇਹ ਵਚਨ ਕੀਤਾ, ਤੱਪੜ ਤੇ ਦਾਤਰੀ ਲੈ ਕੇ ਭਾਈ ਕਮਲੀਆ ਬਾਹਰ ਖੇਤਾਂ ਦੇ ਵਿੱਚ ਚਲਾ ਗਿਆ। ਤੁਰਿਆ ਜਾ ਰਿਹਾ ਸੀ ਤੇ ਰਸਤੇ ਵਿੱਚ 3 ਮਹਾਤਮਾ ਬੈਠੇ ਹੋਏ ਨਜ਼ਰ ਆਏ। ਬੜਾ ਉਹਨਾਂ ਦਾ ਦਗਦਾ ਹੋਇਆ ਮਸਤਕ ਦਾ ਨੂਰ ਸੀਗਾ, ਬਹੁਤ ਪ੍ਰਤਾਪ ਸੀ ਉਹਨਾਂ ਦੇ ਚਿਹਰਿਆਂ ਦੇ ਉੱਪਰ। 3 ਮਹਾਤਮਾ ਬੈਠੇ ਹੋਏ ਨਜ਼ਰ ਆਏ ਤੇ ਚੁੱਪ ਕਰਕੇ ਨੇੜਿਓਂ ਲੰਘ ਗਏ ਨੇ। ਨਮਸਕਾਰ ਕਰਕੇ ਥੋੜੀ ਦੂਰੀ ਤੇ ਗਏ ਤੇ ਉਹਨਾਂ ਵਿੱਚੋਂ ਇੱਕ ਮਹਾਤਮਾ ਨੇ ਆਵਾਜ਼ ਮਾਰੀ, ਭਾਈ ਕਮਲੀਆ ਸਾਡੀ ਗੱਲ ਸੁਣ ਕਰਕੇ ਜਾ। ਪਹਿਲਾਂ ਤਾਂ ਬੜੀ ਹੈਰਾਨਗੀ ਹੋਈ ਕਿ ਨਾ ਕਦੇ ਇਹਨਾਂ ਮਹਾਤਮਾ ਨੂੰ ਮਿਲਿਆ, ਨਾ ਕਦੇ ਇਹਨਾਂ ਦੇ ਨਾਲ ਕੋਈ ਵਿਚਾਰ ਹੋਈ।
ਨਾ ਅੱਜ ਤੱਕ ਕਦੇ ਦਰਸ਼ਨ ਕੀਤੇ ਐ, ਮੇਰਾ ਨਾਮ ਇਹਨਾਂ ਨੂੰ ਕਿਵੇਂ ਪਤਾ ਚੱਲਿਆ ਕਿ ਮੇਰਾ ਨਾਮ ਕਮਲੀਆ ਹੈ। ਇਹ ਮਨ ਵਿੱਚ ਬਹੁਤ ਹੈਰਾਨਗੀ ਹੋਈ। ਜਦੋਂ ਦੁਬਾਰਾ ਫਿਰ ਉਹਨਾਂ ਮਹਾਤਮਾ ਦੇ ਵਿੱਚੋਂ ਇੱਕ ਨੇ ਆਵਾਜ਼ ਮਾਰੀ ਕਿ ਭਾਈ ਕਮਲੀਆ, ਤੇਰੇ ਤੋਂ ਇੱਕ ਕਾਰਜ ਕਰਾਉਣਾ ਹੈ, ਸਾਡੀ ਗੱਲ ਸੁਣ ਕਰਕੇ ਜਾ। ਤੇ ਬੜੀ ਮਨ ਵਿੱਚ ਹੈਰਾਨਗੀ ਹੋਈ ਹੈ ਤੇ ਨੇੜੇ ਆ ਕੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਭਾਈ ਕਮਲੀਆ ਜੀ ਨੇ। ਕਹਿਣ ਲੱਗੇ, ਜੀ ਠੀਕ ਹੈ, ਆਪ ਜੀ ਮਹਾਤਮਾ ਸਤਿਪੁਰਸ਼ ਹੋ, ਤੁਹਾਡਾ ਬਚਨ ਕਦੇ ਵੀ ਮੋੜਨਾ ਨਹੀਂ ਚਾਹੀਦਾ। ਸਤਿਪੁਰਸ਼ਾਂ ਦਾ ਬਚਨ ਕਦੇ ਟਾਲਣਾ ਨਹੀਂ ਚਾਹੀਦਾ, ਉਸੇ ਸਮੇਂ ਮੰਨਣਾ ਚਾਹੀਦਾ। ਪਰ ਜੋ ਮੇਰੇ ਮਾਲਕ ਸਤਿਗੁਰੂ ਜੀ ਨੇ ਮੈਨੂੰ ਹੁਕਮ ਕੀਤਾ ਹੈ, ਉਹ ਸਭ ਤੋਂ ਪਹਿਲਾਂ ਪ੍ਰਥਮ ਉਹ ਬਚਨ ਮੰਨਣਾ ਮੇਰਾ ਧਰਮ ਹੈ। ਕਹਿਣ ਲੱਗੇ, ਤੁਹਾਡੇ ਮਾਲਕ ਨੇ ਕੀ ਹੁਕਮ ਕੀਤਾ? ਕਹਿੰਦਾ, ਜੀ ਪਸ਼ੂਆਂ ਦੇ ਵਾਸਤੇ ਪੱਠੇ ਵੱਢਣ ਵਾਸਤੇ ਆਏ ਆ, ਪੱਠੇ ਲੈ ਕੇ ਜਾਣਾ, ਪਸ਼ੂ ਭੁੱਖੇ ਬੱਝੇ ਹੋਏ ਹਨ। ਜਦੋਂ ਇਹੋ ਦੱਸਿਆ, ਕਹਿੰਦੇ ਤੇਰਾ ਕਾਰਜ ਅਸੀਂ ਕਰ ਦਿੰਦੇ ਆ ਤੇ ਤੂੰ ਸਾਡਾ ਕਾਰਜ ਕਰ ਦੇ। ਸਾਧ ਸੰਗਤ ਜੀ, ਉਹਨਾਂ ਮਹਾਤਮਾ ਦੇ ਵਿੱਚੋਂ ਇੱਕ ਮਹਾਤਮਾ ਉੱਠਿਆ ਤੇ ਘਾਹ ਨੂੰ ਇੱਕ ਪਾਸੇ ਹੱਥ ਪਾਇਆ, ਦਾਤਰੀ ਪਕੜੀ ਹੈ ਤੇ ਕਹਿੰਦੇ ਕਿ ਤੱਪੜ ਵਿਛਾ ਉਸੇ ਸਮੇਂ ਐਸੀ ਕਲਾ ਵਰਤਾਈ ਕਿ ਸਾਰੀ ਪੰਡ ਜਿਹੜੀ ਸੀ ਨਾ ਚੰਗੀ ਤਰ੍ਹਾਂ ਭਰ ਕੇ ਭਾਈ ਕਮਲੀਏ ਦੇ ਸਿਰ ਤੇ ਚੁਕਾਈ ਹੈ। ਤੇ ਉਹਨਾਂ ਤਿੰਨਾਂ ਮਹਾਤਮਾ ਦੇ ਵਿੱਚੋਂ ਇੱਕ ਮਹਾਤਮਾ ਫਿਰ ਗੁਪਤ ਰੂਪ ਦੀ ਵੀ ਸਾਧ ਸੰਗਤ ਜੀ ਇੱਕ ਬੇਨਤੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਾਸ ਭੇਜਣ ਦੇ ਵਾਸਤੇ ਇੱਕ ਪੁੜੀ ਦਿੱਤੀ, ਜਿਹਦੇ ਵਿੱਚ ਸਵਾਹ ਬੱਧੀ ਹੋਈ ਸੀ। ਭਾਵ ਇਹ ਜਿਹੜੇ ਤਿੰਨ ਮਹਾਤਮਾ ਸਨ, ਇਹ ਸਾਧ ਸੰਗਤ ਜੀ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ, ਇਹਨਾਂ ਨੇ ਮਹਾਤਮਾ ਦਾ ਰੂਪ ਧਾਰਨ ਕੀਤਾ ਸੀ। ਜਦੋਂ ਪਤਾ ਚੱਲਿਆ ਕਿ ਗਰੀਬ ਨਵਾਜ ਸਤਿਗੁਰੂ ਜੀ ਨੇ ਹੁਣ ਸੱਚਖੰਡ ਗਮਨ ਕਰਨਾ ਹੈ, ਬੇਨਤੀ ਕਰਨ ਦੇ ਵਾਸਤੇ ਸਤਿਕਾਰ ਵਜੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਮਹਾਤਮਾ ਦਾ ਰੂਪ ਧਾਰਨ ਕਰਕੇ ਪਹੁੰਚੇ ਸਨ। ਕਹਿਣ ਲੱਗੇ ਕਿ ਆਪਣੇ ਮਾਲਕ ਸਤਿਗੁਰੂ ਜੀ ਨੂੰ ਸਾਡਾ ਸੁਨੇਹਾ ਦੇਣਾ, ਇਸ ਪੁੜੀ ਦੇ ਵੀ ਸਾਡਾ ਸੁਨੇਹਾ ਹੈ। ਸਤਿਗੁਰੂ ਜੀ ਅੰਤਰਜਾਮੀ ਹਨ, ਅਕਾਲ ਪੁਰਖ ਪਰਮੇਸ਼ਰ ਜੀ ਦਾ ਸਰੂਪ ਹਨ। ਸਾਡਾ ਸੁਨੇਹਾ ਉਹਨਾਂ ਨੇ ਆਪ ਹੀ ਜਾਣ ਲੈਣਾ ਕਿ ਇਹਦੇ ਵਿੱਚ ਕੀ ਸੁਨੇਹਾ ਹੈ। ਜਦੋਂ ਭਾਈ ਕਮਲੀਆ ਪਹੁੰਚਿਆ ਤੇ ਜਾ ਕੇ ਪੱਠਿਆਂ ਦੀ ਪੰਡ ਸਿਰ ਤੋਂ ਲਾਹੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਕਮਲੀਆ ਜੀ ਇੰਨੀ ਛੇਤੀ ਆ ਗਏ ਆ, ਪੱਠੇ ਲੈ ਕੇ ਬਹੁਤ ਜਲਦੀ ਤੂੰ ਵਾਪਸ ਆ ਪਹੁੰਚਿਆ, ਕੀ ਕਾਰਨ ਹੈ, ਕਿੱਥੋਂ ਪੱਠੇ ਲੈ ਕਰਕੇ ਆਏ ਆ? ਤੇ ਮਹਾਰਾਜ ਸ਼ਿਵ ਜੀ ਨੂੰ ਫਿਰ ਬੇਨਤੀ ਕਰਕੇ ਦੱਸਿਆ, ਮਹਾਰਾਜ ਤਿੰਨ ਮਹਾਤਮਾ ਬੜੇ ਪ੍ਰਤਾਪ ਵਾਲੇ ਸਨ, ਉਹਨਾਂ ਨੇ ਇੱਕ ਸੁਨੇਹਾ ਆਪ ਜੀ ਦੇ ਵਾਸਤੇ ਭੇਜਿਆ ਤੇ ਉਹ ਸਾਰੀ ਜਿਹੜੀ ਵਿਥਿਆ ਸੀ ਮਹਾਰਾਜ ਸ਼ਿਵ ਜੀ ਨੂੰ ਸੁਣਾ ਦਿੱਤੀ। ਗਰੀਬ ਨਵਾਜ ਅੰਤਰਜਾਮੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣ ਗਏ ਕਿ ਇਹ ਤਿੰਨ ਦੇਵਤੇ ਸਾਨੂੰ ਬੇਨਤੀ ਕਰਨ ਦੇ ਵਾਸਤੇ ਆਏ ਹਨ। ਜਦੋਂ ਹਜੂਰ ਭਾਈ ਸਾਧਾਰਨ ਨੂੰ ਨਾਲ ਲੈ ਕੇ ਖੇਤਾਂ ਵੱਲ ਤੁਰੇ ਜਾ ਰਹੇ ਨੇ, ਕਿਉਂਕਿ ਭਾਈ ਸਾਧਾਰਨ ਜੀ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕਰਦੇ ਸਨ, ਹੋਰ ਕਿਸੇ ਵੀ ਸਿੱਖ ਨੂੰ ਨਾਲ ਨਹੀਂ ਲਿਆ, ਕੇਵਲ ਭਾਈ ਸਾਧਾਰਨ ਜੀ ਨੂੰ ਨਾਲ ਲੈ ਕੇ ਤੁਰੇ ਜਾ ਰਹੇ ਨੇ। ਤੇ ਜਿੱਥੇ ਤਿੰਨੇ ਦੇਵਤੇ ਮਹਾਤਮਾ ਦਾ ਰੂਪ ਧਾਰਨ ਕਰਕੇ ਬੈਠੇ ਸਨ, ਹਜੂਰ ਜਦੋਂ ਨੇੜੇ ਪਹੁੰਚੇ ਤੇ ਦੋਵੇਂ ਹੱਥ ਜੋੜ ਕਰਕੇ ਖਲੋ ਕੇ ਮਹਾਰਾਜ ਸ਼ਿਵ ਜੀ ਦੇ ਚਰਨਾਂ ਤੇ ਤਿੰਨਾਂ ਨੇ ਨਮਸਕਾਰਾਂ ਕੀਤੀਆਂ ਹਨ, ਬੜੇ ਪਿਆਰ ਤੇ ਅਦਬ ਦੇ ਨਾਲ। ਭਾਈ ਸਾਧਾਰਨ ਜੀ ਨੂੰ ਕੁਝ ਪਿੱਛੇ ਕੁਝ ਵਿੱਥ ਤੇ ਖਿਲਾਰ ਦਿੱਤਾ ਕਿ ਕੋਈ ਗੁਪਤ ਵਚਨ ਕਰਨਾ ਹੈ, ਕੋਈ ਵਿਚਾਰ ਕਰਨੀ ਹੈ ਦੇਵਤਿਆਂ ਦੇ ਨਾਲ, ਤੇ ਇਸ ਲਈ ਤੁਸੀਂ ਪਿੱਛੇ ਖਲੋ ਕਰਕੇ ਸਾਰਾ ਆਪਣੇ ਨੇਤਰਾਂ ਦੇ ਨਾਲ ਦੇਖਦੇ ਰਹਿਣਾ। ਭਾਈ ਸਾਧਾਰਨ ਜੀ ਦੇਖ ਰਹੇ ਹਨ, ਉਹ ਤਿੰਨੇ ਦੇਵਤੇ ਮਹਾਤਮਾ ਦੇ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਗਾ ਰਹੇ ਨੇ। ਹੇ ਗਰੀਬ ਨਵਾਜ, ਅਕਾਲ ਪੁਰਖ ਵਾਹਿਗੁਰੂ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਨੇ ਬੇਅੰਤ ਜੀਵਾਂ ਦਾ ਭਲਾ ਕੀਤਾ ਹੈ ਮਾਤ ਲੋਕ ਦੇ ਵਿੱਚ। ਮਹਾਰਾਜ ਤਮਾਮ ਜੀਵਾਂ ਦਾ ਆਪ ਜੀ ਨੇ ਉਧਾਰ ਕੀਤਾ ਹੈ। ਹੇ ਗਰੀਬ ਨਵਾਜ, ਧਰਤੀ ਤੇ ਬੋਝ ਬਣਿਆ ਹੋਇਆ ਸੀ ਪਾਪ ਕਰਮਾਂ ਦਾ, ਅਕਿਰਤ ਘਣਾ ਦੇ ਨਾਲ ਧਰਤੀ ਜਿਹੜੀ ਵਿਆਕੁਲ ਹੋ ਰਹੀ ਸੀ। ਸੰਸਾਰ ਦੇ ਅੰਦਰ ਪਾਪ ਕਰਮ ਇੰਨੇ ਜ਼ਿਆਦਾ ਵੱਧ ਗਏ ਸਨ, ਦੁਰਾਚਾਰੀ ਸੰਸਾਰ ਦੇ ਜੀਵ ਇੰਨੇ ਜ਼ਿਆਦਾ ਹੋ ਗਏ ਸੀ ਕਿ ਧਰਤੀ ਤੋਂ ਪਾਰ ਜਿਹੜਾ ਚੱਲਣਾ ਬੜਾ ਅਸੰਭਵ ਹੋ ਗਿਆ ਸੀ। ਧਰਤੀ ਭਾਰ ਨਹੀਂ ਸੀ ਚੱਕ ਸਕਦੀ। ਮਹਾਰਾਜ ਆਪ ਜੀ ਨੇ ਸੰਸਾਰ ਦੇ ਅੰਦਰ ਮਨੁੱਖਾ ਜਾਮੇ ਵਿੱਚ ਪ੍ਰਗਟ ਹੋ ਕੇ ਧਰਤੀ ਦਾ ਬੋਝ ਉਠਾ ਦਿੱਤਾ ਹੈ, ਭਾਰ ਚੱਕ ਦਿੱਤਾ ਹੈ। ਮਹਾਰਾਜ ਪਾਪੀ ਜੀਵਾਂ ਨੂੰ ਆਪ ਜੀ ਨੇ ਕਿਰਪਾ ਕਰਕੇ ਉਹਨਾਂ ਦਾ ਉਧਾਰ ਕਰ ਦਿੱਤਾ ਹੈ, ਪਤਿਤ ਤੋਂ ਮਹਾਰਾਜ ਪਵਿੱਤਰ ਬਣਾ ਦਿੱਤੇ ਸਨ।
हे ਗਰੀਬ ਨਵਾਜ, ਆਪ ਨੇ ਧਰਤੀ ਦੀ ਬੇਬਲਤਾ ਭਰੀ ਪੁਕਾਰ ਸੁਣ ਕਰਕੇ ਜੀਵਾਂ ਦੀ ਕਲਿਆਣ ਕੀਤੀ ਹੈ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਅਕਾਲ ਪੁਰਖ ਵਾਹਿਗੁਰੂ ਸਰੂਪ ਆਪ ਜੀ ਨੇ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਜੀਵਾਂ ਦਾ ਭਲਾ ਕੀਤਾ ਹੈ। ਬਹੁਤ ਉਪਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗਾ ਰਹੇ ਨੇ ਤੇ ਫਿਰ ਹੱਥ ਜੋੜ ਕੇ ਤਿੰਨੇ ਹੀ ਦੇਵਤੇ ਮਹਾਤਮਾ ਰੂਪ ਦੇ ਵਿੱਚ ਬੇਨਤੀ ਕਰ ਰਹੇ ਨੇ, ਹੇ ਸਤਿਗੁਰੂ ਜੀ, ਹੁਣ ਆਪ ਜੀ ਦਾ ਕੀ ਹੁਕਮ ਹੈ। ਮਹਾਰਾਜ ਆਪ ਜੀ ਨੇ ਸੱਚਖੰਡ ਗਮਨ ਕਰਨੇ ਦਾ ਵਿਚਾਰ ਕੀਤਾ ਸੀ। ਬੇਨਤੀ ਕਰਨ ਵਾਸਤੇ ਗਰੀਬ ਨਵਾਜ ਸਤਿਗੁਰੂ ਜੀ ਆਏ ਹਾਂ। ਆਪ ਦੀ ਜਗਤ ਦੇ ਮਾਲਕ ਹੋ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਹੋ। ਇਉਂ ਬੇਨਤੀਆਂ ਕਰਕੇ ਤੇ ਸਤਿਗੁਰੂ ਜੀ ਦਾ ਜਸ ਉਚਾਰਨ ਕਰਕੇ ਤਿੰਨੇ ਮਹਾਤਮਾ ਅਲੋਪ ਹੋ ਗਏ। ਇਹ ਸਭ ਕੁਝ ਭਾਈ ਸਾਧਾਰਨ ਨੇ ਆਪਣੇ ਨੇਤਰਾਂ ਦੇ ਨਾਲ ਦੇਖਿਆ। ਔਰ ਜਦੋਂ ਗਰੀਬ ਨਵਾਜ ਸਤਿਗੁਰੂ ਜੀ ਨਮਸਕਾਰ ਕਰਕੇ ਗੁਪਤ ਹੋ ਗਏ ਹੈ, ਭਾਈ ਸਾਧਾਰਨ ਨੂੰ ਨਾਲ ਲੈ ਕੇ ਮਹਾਰਾਜ ਸਾਹਿਬ ਜੀ ਖੇਤਾਂ ਦੇ ਵਿੱਚੋਂ ਲੰਘ ਰਹੇ ਨੇ। ਇੱਕ 8 ਵਿਘਿਆਂ ਦਾ ਖੇਤ ਸੀ ਜੋ ਹੁਕਮ ਕੀਤਾ ਸਤਿਗੁਰੂ ਜੀ ਨੇ ਕਿ ਭਾਈ ਸਾਧਾਰਨ, ਸਾਡਾ ਹੁਣ ਸੱਚਖੰਡ ਗਮਨ ਕਰਨੇ ਦਾ ਸਮਾਂ ਆ ਗਿਆ। ਅਸੀਂ ਸੱਚਖੰਡ ਗਮਨ ਕਰਨਾ ਤੇ ਜਿਵੇਂ ਪਹਿਲਾਂ ਭਾਵਨਾ ਤੇ ਅਡੋਲ ਸਿਦਕ ਰੱਖ ਕਰਕੇ ਮਨ ਦੀ ਅਡੋਲਤਾ ਬਣਾ ਕੇ ਸਾਡਾ ਵਚਨ ਮੰਨ ਕੇ ਸੇਵਾ ਕਰਿਆ ਕਰਦਾ ਸੀ, ਇਸੇ ਤਰ੍ਹਾਂ ਹੁਣ ਵੀ ਤੂੰ ਇਸ ਸੇਵਾ ਨੂੰ ਨਿਭਾਉਣਾ ਹੈ। ਭਾਈ ਸਾਧਾਰਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਵਚਨ ਲਿਖੇ ਹੈ ਗੁਰ ਇਤਿਹਾਸ ਅੰਦਰ। ਜਦੋਂ ਭਾਈ ਸਾਧਾਰਨ ਦੇ ਕੰਨਾਂ ਵਿੱਚ ਆਵਾਜ਼ ਪਈ ਹੈ ਨੇ ਕਿ ਮਹਾਰਾਜ ਸੱਚਖੰਡ ਗਮਨ ਕਰਨ ਵਾਲੇ ਹੈ, ਤੇ ਸਾਧ ਸੰਗਤ ਜੀ ਲੁੱਟੇ ਹੋਏ ਵਪਾਰੀ ਦੀ ਤਰ੍ਹਾਂ ਹਾਲਤ ਬਣ ਗਈ। ਸੁੱਧ ਬੁੱਧ ਭੁੱਲ ਗਈ, ਨੇਤਰਾਂ ਵਿੱਚੋਂ ਜਲ ਵਗਣ ਲੱਗ ਪਿਆ। ਵੈਰਾਗ ਦੇ ਵੇਗ ਵਿੱਚ ਆ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮਹਾਰਾਜ ਆਪ ਜੀ ਦੇ ਬਾਝੋਂ ਸਾਡੀ ਕੀ ਹਾਲਤ ਬਣੇਗੀ। ਹੇ ਗਰੀਬ ਨਵਾਜ, ਤੁਹਾਡੇ ਚਰਨਾਂ ਦੇ ਪਿਆਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਿੰਘ ਜੀਵਤ ਹਾਂ। ਤੁਹਾਡੇ ਤੋਂ ਬਿਨਾਂ ਮਹਾਰਾਜ ਸਾਡਾ ਕਾਹਦਾ ਜੀਵਨ ਹੋਵੇਗਾ। ਸਤਿਗੁਰੂ ਜੀ ਨੇ ਬੜੀ ਧੀਰਜਤਾ ਤੇ ਵਚਨ ਦੇ ਕਰਕੇ ਭਾਈ ਸਾਧਾਰਨ ਨੂੰ ਉਪਦੇਸ਼ ਦਿੱਤਾ ਕਿ ਭਾਈ ਸਾਧਾਰਨ, ਸਰੀਰ ਸਦਾ ਨਹੀਂ ਸੰਸਾਰ ਦੇ ਅੰਦਰ ਕਾਇਮ ਰਹਿੰਦੇ। ਸਰੀਰ ਕਰਕੇ ਕਿਸੇ ਵੀ ਜੀਵ ਦਾ ਜਗਤ ਵਿੱਚ ਰਹਿਣਾ ਨਹੀਂ ਬਣਦਾ। ਇਹ ਸੰਸਾਰ ਦੀ ਮਰਜ਼ਾਦਾ ਹੈ। ਇਸ ਲਈ ਮਤਾਂ ਮਨ ਵਿੱਚ ਵੈਰਾਗ ਧਾਰਨ ਕਰ, ਮਤਾਂ ਕੋਈ ਮਨ ਦੇ ਅੰਦਰ ਵੈਰਾਗ ਪੈਦਾ ਕਰ। ਸਾਡਾ ਵਚਨ ਸਤ ਕਰਕੇ ਮੰਨ। ਹਜੂਰ ਦਾ ਹੁਕਮ ਸਤ ਕਰਕੇ ਮੰਨਿਆ। ਫਿਰ ਸਤਿਗੁਰੂ ਜੀ ਨੇ ਪਹਿਲਾਂ ਹੀ ਉਹ ਜਗ੍ਹਾ ਦਸਾ ਦਿੱਤੀ ਸੀ ਜਿੱਥੇ 8 ਵਿਘਿਆਂ ਦਾ ਖੇਤ ਸੀ। ਕਹਿਣਗੇ ਇੱਥੇ ਸਾਡੇ ਸਰੀਰ ਦਾ ਸੰਸਕਾਰ, ਜਿਹੜੀ ਅੰਤਮ ਰਸਮ ਹੈ ਨਾ, ਉਹ ਮਰਜ਼ਾਦਾ ਪੂਰੀ ਕਰਨੀ ਹੈ। ਗਰੀਬ ਨਵਾਜ ਹਜੂਰ ਨੇ ਨਾਲ ਹੀ ਵਚਨ ਕੀਤਾ। ਕਹਿਣਗੇ ਜੇ ਹੋਰ ਕੋਈ ਸਿੱਖ ਕਹੇ ਕਿ ਹੋਰ ਇੱਧਰ ਉੱਧਰ ਕਿਤੇ ਸਰੀਰ ਦੀ ਅੰਤਮ ਕਿਰਿਆ ਕਰਨੀ ਹੈ, ਕਹਿੰਦੇ ਕਿਸੇ ਦਾ ਵਚਨ ਨਹੀਂ ਮੰਨਣਾ। ਸਾਡਾ ਵਚਨ ਸਾਰੀ ਸੰਗਤ ਨੂੰ, ਸਮੁੱਚੇ ਸਿੱਖਾਂ ਨੂੰ ਕਹਿ ਕੇ ਸੁਣਾ ਦੇਣਾ ਤੇ ਇੱਥੇ ਚੰਦਨ ਦੀ ਚਿਖਾ ਤਿਆਰ ਕੀਤੀ ਜਾਵੇ। ਮਹਾਰਾਜ ਸਾਹਿਬ ਜੀ ਨੇ ਭਾਈ ਸਾਧਾਰਨ ਜੀ ਨੂੰ ਸਾਰਾ ਹੀ ਸਮਝਾ ਦਿੱਤਾ ਤੇ ਜਿਸ ਧਰਮਸ਼ਾਲਾ ਵਿੱਚ ਬੈਠ ਕੇ ਮਹਾਰਾਜ ਸਾਹਿਬ ਜੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗਰੀਬ ਨਵਾਜ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਉੱਥੇ ਲੇਪਨ ਕੀਤਾ ਜਾਵੇ। ਸਾਧ ਸੰਗਤ ਜੀ ਸੁਚਮਤਾ ਦੇ ਸਹਿਤ ਜੋ ਲੇਪਨ ਕੀਤਾ ਭਾਈ ਸਾਧਾਰਨ ਜੀ ਨਾਲ ਹੀ ਤਾਂ ਲੇਪਨ ਕਰ ਰਹੇ ਹੈ, ਪੋਚਾ ਮਾਰ ਰਹੇ ਨੇ ਤੇ ਨਾਲ ਦੇ ਨਾਲ ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕਰ ਰਹੇ ਨੇ। ਜਿਵੇਂ ਜਿਵੇਂ ਪੋਚਾ ਲਾ ਰਹੇ ਹੈ ਨਾ, ਪਵਿੱਤਰ ਕਰ ਰਹੇ ਹਨ, ਤਿਵੇਂ ਤਿਵੇਂ ਨੇਤਰਾਂ ਦੇ ਵਿੱਚੋਂ ਪਿੱਛੇ ਜਲ ਡੁੱਲਦਾ ਹੋਇਆ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇਖ ਰਹੇ ਹਨ। ਹਜੂਰ ਨੇ ਭਾਈ ਸਾਧਾਰਨ ਨੂੰ ਆਪਣੇ ਗਲ ਵਕੜੀ ਵਿੱਚ ਲਿਆ। ਕਹਿਣ ਲੱਗੇ, ਭਾਈ ਸਾਧਾਰਨ, ਤੇਰੀ ਸੇਵਾ ਤੋਂ ਤਰੁੱਟੇ ਹਾਂ। ਬੜੀ ਭਾਵਨਾ ਦੇ ਨਾਲ ਤੂੰ ਸਾਡੇ ਚਰਨਾਂ ਦੀ ਸੇਵਾ ਕੀਤੀ ਹੈ। ਜੋ ਤੇਰੇ ਮਨ ਦੀ ਇੱਛਾ ਹੈ ਅਕਾਲ ਪੁਰਖ ਵਾਹਿਗੁਰੂ ਪੂਰੀ ਕਰੇਗਾ। ਕਰਤਾਰ ਤੇਰੀ ਭਾਵਨਾ ਪੂਰੀ ਕਰੇਗਾ। ਜੋ ਮੰਗਣਾ ਚਾਹੁੰਦਾ ਹੈ ਮੰਗ ਲੈ, ਪਰ ਵੈਰਾਗ ਨਾ ਤੂੰ ਬਾਰ-ਬਾਰ ਪ੍ਰਗਟ ਕਰ। ਕਹਿਣ ਲੱਗੇ, ਮਹਾਰਾਜ ਆਪ ਜੀ ਦਾ ਬਚਨ ਸਿਰ ਮੱਥੇ ਹੈ, ਪਰ ਮੇਰੇ ਤੋਂ ਰਿਹਾ ਨਹੀਂ ਜਾ ਰਿਹਾ। ਹੇ ਗਰੀਬ ਨਵਾਜ, ਸਾਡੀ ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਹੋ ਰਿਹਾ ਹੈ। ਮਹਾਰਾਜ ਆਪ ਜੀ ਦਾ ਸੱਚਖੰਡ ਗਮਨ ਕਰਨਾ ਇਹ ਬਚਨ ਸੁਣਨ ਕਰਕੇ। ਤੇ ਸਤਿਗੁਰੂ ਜੀ ਨੇ ਫਿਰ ਸਾਧ ਸੰਗਤ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ। ਭਾਈ ਸਾਧਾਰਨ ਜੀ ਨੂੰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕੀਤੀ ਹੈ। ਫਿਰ ਜਿੱਧਰ ਵੀ ਦੇਖਦੇ ਹਨ ਦ੍ਰਿਸ਼ਟੀ ਦੇ ਨਾਲ, ਇਹਨਾਂ ਨੇਤਰਾਂ ਦੇ ਨਾਲ ਜਿਸ ਪਾਸੇ ਵੀ ਦੇਖਦੇ, ਹਰ ਇੱਕ ਜੀਵ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਜ਼ਰ ਆ ਰਹੇ ਹਨ। ਹਰ ਇੱਕ ਘਟ ਦੇ ਅੰਦਰ
ਜਿਸ ਪਾਸੇ ਵੀ ਦੇਖਦੇ ਹਨ ਸਤਿਗੁਰੂ ਜੀ ਦਾ ਹੀ ਸਰੂਪ ਨਜ਼ਰ ਆਉਂਦਾ ਹੈ। ਜਿਵੇਂ ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਮੁੱਖ ਵਾਕ ਹਨ, ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਹੇ ਜੀਵ, ਮਨ ਕਰਕੇ ਸਦਾ ਹੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰੂਪ ਸਤਿਗੁਰੂ ਜੀ ਕਿਤੇ ਵੀ ਗਏ ਨਹੀਂ ਹੈ। ਗਰੀਬ ਨਵਾਜ ਸਤਿਗੁਰੂ ਜੀ ਜੋਤ ਰੂਪ ਹੋ ਕਰਕੇ ਹਰ ਘਟ ਦੇ ਅੰਦਰ ਪ੍ਰਕਾਸ਼ ਕਰ ਰਹੇ ਹਨ। ਜਦੋਂ ਭਾਈ ਸਾਧਾਰਨ ਦਾ ਸਰੀਰਾਂ ਦਾ ਮੋਹ ਉਠਾ ਦਿੱਤਾ ਹੈ, ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕੀਤੀ, ਹਰ ਘਟ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਜ਼ਰ ਆ ਰਹੇ ਹਨ। ਹਿਰਦੇ ਦੇ ਅੰਦਰ ਐਸਾ ਆਨੰਦ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ। ਫਿਰ ਸਤਿਗੁਰੂ ਜੀ ਦਾ ਸੱਚਖੰਡ ਗਮਨਾ ਸੁਣ ਕਰਕੇ ਕਿ ਮਹਾਰਾਜ ਜੋਤੀ ਜੋਤ ਸਮਾਉਣ ਵਾਲੇ ਹੈ, ਸਾਧ ਸੰਗਤ ਜੀ ਦੂਰੋਂ ਦੂਰੋਂ ਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਹੁੰਚ ਰਹੀਆਂ ਨੇ। ਮਨਾਂ ਵਿੱਚ ਭਾਵਨਾ ਬਣਾ ਕੇ ਕਿ ਸਤਿਗੁਰੂ ਜੀ ਦੇ ਦੁਬਾਰਾ ਦਰਸ਼ਨ ਪਤਾ ਨਹੀਂ ਕਦੋਂ ਹੋਣ, ਮਹਾਰਾਜ ਸਾਹਿਬ ਜੀ ਦੇ ਦਰਸ਼ਨ ਸਾਨੂੰ ਪ੍ਰਾਪਤ ਨਹੀਂ ਹੋਣਗੇ। ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਲਈਏ। ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਐਸੀਆਂ ਮਨਾਂ ਵਿੱਚ ਭਾਵਨਾ ਬਣਾ ਕਰਕੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਆ ਰਹੀਆਂ ਨੇ। ਸਾਧ ਸੰਗਤ ਜੀ, ਗੁਰ ਇਤਿਹਾਸ ਵੀ ਜ਼ਿਕਰ ਆਇਆ ਕਿ ਅਸੂਵਦੀ ਸਪਤਮੀ ਵਾਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਤਿਆਰੀ ਕਰਵਾ ਲਈ ਸੀ। ਸਿੱਖਾਂ ਨੂੰ ਹੁਕਮ ਕਰਕੇ ਚੰਦਨ ਦੀ ਚਿਖਾ ਦੀ ਤਿਆਰੀ ਕਰਾਉਣ ਦੇ ਵਾਸਤੇ ਹਜੂਰ ਨੇ ਹੁਕਮ ਕਰ ਦਿੱਤਾ ਹੈ। ਔਰ ਗਰੀਬ ਨਵਾਜ ਸਤਿਗੁਰੂ ਜੀ ਦੇ ਵਾਸਤੇ ਜੋ ਅੰਤਮ ਜੋ ਰਸਮ ਅਦਾ ਕਰਨੀ ਸੀ ਨਾ, ਉਹ ਸਮੁੱਚੀ ਤਿਆਰੀ ਕੀਤੀ ਗਈ, ਸਾਰੀ ਸਮੱਗਰੀ ਲਿਆ ਕਰਕੇ ਹਾਜ਼ਰ ਕੀਤੀ ਗਈ ਹੈ। ਸਤਿਗੁਰੂ ਜੀ ਪਹਿਲਾਂ ਦੀ ਤਰ੍ਹਾਂ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਵਿੱਚ ਲੀਨ ਹੋ ਜਾਂਦੇ ਹਨ। ਔਰ ਜਿਸ ਸਮੇਂ ਸੂਰਜ ਚੜ੍ਹਦਾ ਹੈ, ਗਰੀਬ ਨਵਾਜ ਸਤਿਗੁਰੂ ਜੀ ਨੇਤਰਾਂ ਦੀਆਂ ਪਲਕਾਂ ਖੋਲ ਕਰਕੇ ਅੰਮ੍ਰਿਤਮਈ ਦ੍ਰਿਸ਼ਟੀ ਸਿੱਖਾਂ ਦੇ ਉੱਪਰ ਪਾ ਕੇ ਸਿੱਖਾਂ ਨੂੰ ਨਿਹਾਲ ਕਰਦੇ ਹਨ। ਜੋ ਸਿੱਖ ਸੰਗਤਾਂ ਭਾਵਨਾ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ, ਮਨਾਂ ਵਿੱਚ ਕੋਈ ਸ਼ੰਕਾ ਚਾਹੇ ਕੋਈ ਭਰਮ ਹੁੰਦਾ ਹੈ, ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਦੇ ਕਰਕੇ ਤਿਨਾਂ ਦੇ ਸ਼ੰਕਿਆਂ ਭਰਮਾਂ ਨੂੰ ਰਹਿਤ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਰਹੇ ਹਨ। ਬੇਸਮਝ ਅਗਿਆਨਤਾ ਵਾਲੇ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਉਪਦੇਸ਼ ਦਾ ਪ੍ਰਕਾਸ਼ ਕਰਦੇ ਹੈ। ਇਉਂ ਸਪਤਮੀ ਵਾਲੇ ਦਿਨ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖ ਭਾਈ ਸਾਧਾਰਨ ਜੀ ਨੂੰ ਭੇਜਿਆ ਕਿ ਜਾਓ ਸਾਡੇ ਸਾਹਿਬਜ਼ਾਦਿਆਂ ਨੂੰ ਬੁਲਾ ਕੇ ਲੈ ਕੇ ਆਓ। ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਜਦ ਬੁਲਾਉਣ ਵਾਸਤੇ ਗਏ, ਮਹਾਰਾਜ ਸਾਹਿਬ ਜੀ ਬਾਬਤ ਬਚਨ ਸੁਣਾਇਆ ਕਿ ਸਤਿਗੁਰੂ ਜੀ ਨੇ ਤੁਹਾਨੂੰ ਬੁਲਾਇਆ, ਮਹਾਰਾਜ ਜੋਤੀ ਜੋਤ ਸਮਾਉਣ ਵਾਲੇ ਹਨ। ਤੇ ਸਾਧ ਸੰਗਤ ਜੀ ਦੋਨਾਂ ਹੀ ਸਾਹਿਬਜ਼ਾਦਿਆਂ ਨੇ ਸੁਣ ਕੇ ਬੜੀ ਹੈਰਾਨਗੀ ਪ੍ਰਗਟਾਈ। ਭਾਈ ਸਾਧਾਰਨ ਨੂੰ ਕਹਿਣ ਲੱਗੇ, ਭਾਈ ਸਾਧਾਰਨ ਇਹ ਕਿੱਦਾਂ ਹੋ ਸਕਦਾ ਹੈ? ਅਜੇ ਪਹਿਲਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਠੀਕ ਸਨ, ਸਹੀ ਸਲਾਮਤ ਸੀ, ਤੇ ਸਤਿਗੁਰੂ ਜੀ ਹੁਣ ਜੋਤੀ ਜੋਤ ਕਿਵੇਂ ਸਮਾਉਣ ਲੱਗੇ ਐ? ਸਾਨੂੰ ਤੇਰੀਆਂ ਗੱਲਾਂ ਤੇ ਯਕੀਨ ਨਹੀਂ ਆਉਂਦਾ। ਜਵਾਬ ਦੇ ਦਿੱਤਾ ਸਾਹਿਬਜ਼ਾਦਿਆਂ ਨੇ। ਤੇ ਭਾਈ ਸਾਧਾਰਨ ਨੇ ਉਦਾਂ ਹੀ ਆ ਕੇ ਮਹਾਰਾਜ ਸਾਹਿਬ ਜੀ ਨੂੰ ਦੱਸਿਆ ਕਿ ਸਤਿਗੁਰੂ ਜੀ ਆਪ ਜੀ ਦੇ ਸਾਹਿਬਜ਼ਾਦਿਆਂ ਜੀ ਨੇ ਐਵੇਂ ਸਾਨੂੰ ਜਵਾਬ ਦਿੱਤਾ। ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਚੁੱਪਤਾ ਧਾਰਨ ਕਰਕੇ ਰੱਖੀ ਹੈ, ਕਿਉਂਕਿ ਕੇਵਲ ਪਿਤਾ ਤੱਕ ਹੀ ਸੀਮਤ ਸਮਝਦੇ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਨਹੀਂ ਸੀ ਸਮਝਿਆ ਮਹਾਰਾਜ ਸਾਹਿਬ ਜੀ ਨੇ ਕੋਈ ਸਾਡੇ ਪਿਤਾ ਪਰਮੇਸ਼ਰ ਦਾ ਸਰੂਪ ਸੰਸਾਰ ਅੰਦਰ ਪ੍ਰਗਟ ਹੋਏ ਹਨ। ਜਦੋਂ ਗਰੀਬ ਨਵਾਜ ਸਤਿਗੁਰੂ ਜੀ ਦਾ ਜੋਤੀ ਜੋਤ ਸਮਾਉਣਾ ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗਾ, ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ। ਵੈਰਾਗ ਪ੍ਰਗਟ ਕਰਦੇ ਹਨ ਮਹਾਰਾਜ, ਆਪ ਜੀ ਹੁਣ ਸੱਚਖੰਡ ਗਮਨ ਕਰਨ ਲੱਗੇ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਐਵੇਂ ਹੀ ਸੰਸਾਰ ਦੇ ਅੰਦਰ ਰਹਿਣ ਦੇਣਾ? ਵੈਰਾਗ ਵਿੱਚ ਆ ਕੇ ਬੇਨਤੀਆਂ ਕਰ ਰਹੇ ਨੇ। ਸਤਿਗੁਰੂ ਜੀ ਨੇ ਸਰੀਰਾਂ ਦਾ ਮੋਹ ਛੁਡਾਉਣ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਔਰ ਹਜੂਰ ਨੇ ਇਹ ਵਚਨ ਕਹੇ ਸਨ, ਐ ਸੁਲੱਖਣੀ ਜੀ, ਸਰੀਰ ਕਰਕੇ ਕਿਸੇ ਵੀ ਜੀਵ ਦਾ ਸੰਸਾਰ ਦੇ ਵਿੱਚ ਰਹਿਣਾ ਨਹੀਂ ਬਣਦਾ। ਸਰੀਰ ਕਰਕੇ ਹਰ ਇੱਕ ਜੀਵ ਦਾ ਸੰਸਾਰ ਤੋਂ ਜਾਣਾ ਬਣਦਾ ਹੈ। ਇਹ ਸੰਸਾਰ ਦੀ ਮਰਜ਼ਾਦਾ ਹੈ, ਇਹ ਰੀਤੀ ਪਰਮਾਤਮਾ ਦੀ ਬਣਾਈ ਹੋਈ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦੇ ਅਸੀਂ ਵਚਨ ਵੀ ਪੜ੍ਹਦੇ ਹਨ, ਜੋ ਉਪਜਿਓ ਸੋ ਬਿਨਸ ਹੈ, ਪਰ ਆਜ ਕੈ ਕਾਲ।
ਸਭ ਕੁਝ ਬਿਨਸਨਹਾਰਾ ਹੈ। ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਤੇ ਫਿਰ ਬੇਨਤੀ ਪ੍ਰਗਟ ਕੀਤੀ ਹੈ, ਮਹਾਰਾਜ ਕਿਰਪਾ ਕਰੋ, ਸਾਹਿਬਜ਼ਾਦਿਆਂ ਜੀ ਨੂੰ ਬੁਲਾ ਲਓ, ਆਪਣੀ ਸਪੁੱਤਰਾਂ ਨੂੰ ਬੁਲਾਓ, ਸਿੱਖਾਂ ਨੂੰ ਬੇਨਤੀ ਕਰਕੇ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਫਿਰ ਹੁਕਮ ਕਰਕੇ ਭੇਜਿਆ ਸਿੱਖ ਨੂੰ। ਦੁਬਾਰਾ ਜਦੋਂ ਫਿਰ ਸਾਧ ਸੰਗਤ ਜੀ ਸਿੱਖ ਗਏ ਆ ਨਾ, ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਅਸੂਵਦਵੀ ਨੌਵੀਂ ਦਾ ਉਸ ਦਿਨ ਸੀਗਾ ਜਦੋਂ ਦੁਬਾਰਾ ਫਿਰ ਭੇਜਿਆ। 8ਵੀਂ ਦਾ ਦਿਨ ਵੀ ਉਸੇ ਤਰ੍ਹਾਂ ਹੀ ਅਸ਼ਟਮੀ ਦਾ ਦਿਨ ਲੰਘ ਗਿਆ ਤੇ 9ਵੀਂ ਵਾਲੇ ਦਿਨ ਮਹਾਰਾਜ ਸਾਹਿਬ ਜੀ ਨੇ ਫਿਰ ਹੁਕਮ ਕਰਕੇ ਭੇਜਿਆ ਤੇ ਦੁਬਾਰਾ ਫਿਰ ਉਸੇ ਤਰ੍ਹਾਂ ਜਵਾਬ ਦੇ ਦਿੱਤਾ ਸੀ। ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਬਚਨ ਮੰਨ ਕੇ ਦਰਸ਼ਨਾਂ ਵਾਸਤੇ ਨਹੀਂ ਸਨ ਪਹੁੰਚੇ। ਤੇ ਜਦੋਂ ਮਾਤਾ ਸੁਲੱਖਣੀ ਜੀ ਬਹੁਤਾ ਵੈਰਾਗ ਪ੍ਰਗਟ ਕਰ ਰਹੇ ਨੇ, ਚਰਨਾਂ ਵਾਲੇ ਪਾਸੇ ਮਹਾਰਾਜ ਸਾਹਿਬ ਜੀ ਦੇ ਖਲੋਤੇ ਹਨ, ਹੱਥ ਜੋੜ ਕਰਕੇ ਬੇਨਤੀਆਂ ਕਰ ਰਹੇ ਨੇ, ਨੇਤਰਾਂ ਤੋਂ ਜਲ ਵਗ ਰਿਹਾ ਹੈ। ਕਹਿਣ ਲੱਗੇ, ਮਹਾਰਾਜ ਇੱਕ ਵਾਰ ਕਿਰਪਾ ਕਰਕੇ ਸਾਡੀ ਬੇਨਤੀ ਪ੍ਰਵਾਨ ਕਰ ਲਓ। ਹੇ ਗਰੀਬ ਨਵਾਜ, ਆਪਣੇ ਸਾਹਿਬਜ਼ਾਦੇ ਜੀ ਨੂੰ ਜ਼ਰੂਰ ਬੁਲਾਓ। ਤੀਸਰੀ ਵਾਰ ਜਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜਿਆ ਤੇ ਸਿੱਖ ਨੇ ਫਿਰ ਮਾਤਾ ਸੁਲੱਖਣੀ ਜੀ ਦੇ ਵੱਲੋਂ ਵੀ ਕਿਹਾ ਕਿ ਆਪ ਦੇ ਪਿਤਾ ਸਤਿਗੁਰੂ ਜੀ ਜੋਤੀ ਜੋਤ ਸਮਾਉਣ ਲੱਗੇ ਐ, ਐ ਸਾਹਿਬਜ਼ਾਦਿਓ ਆ ਕਰਕੇ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰ ਲਓ। ਗਰੀਬ ਨਵਾਜ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ ਜਿਸ ਥਾਂ ਤੇ ਪਤਾ ਲੱਗਾ ਸਿੱਖ ਸੰਗਤਾਂ ਨੂੰ, ਸਾਧ ਸੰਗਤ ਜੀ ਸਾਉਣ ਭਾਦਰੋਂ ਦੀ ਬੱਦਲਾਂ ਦੀ ਤਰ੍ਹਾਂ ਐ ਚੜ੍ਹ ਕਰਕੇ ਕੋਈ ਘੋੜੀਆਂ ਤੇ ਚੜ੍ਹ ਕੇ ਆ ਰਿਹਾ ਹੈ, ਕੋਈ ਰੱਥਾਂ ਤੇ, ਕੋਈ ਦੌੜ ਕਰਕੇ ਕਾਹਲੀ ਦੇ ਨਾਲ ਭੱਜੇ ਹੋਏ ਆ ਰਹੇ ਨੇ ਕਿ ਸਤਿਗੁਰੂ ਜੀ ਦਾ ਜੇ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾ ਗਏ, ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਤੋਂ ਕਿਤੇ ਵਾਂਝੇ ਨਾ ਰਹਿ ਜਾਈਏ, ਅਖੀਰਲੇ ਸਮੇਂ ਸਤਿਗੁਰਾਂ ਦੇ ਦੀਦਾਰ ਪਰਸ ਲਵਾਂਗੇ ਤੇ ਸਾਡਾ ਭਲਾ ਹੋ ਜਾਵੇਗਾ। ਇਹੋ ਦੂਰੋਂ ਦੂਰੋਂ ਸੰਗਤ ਆ ਰਹੀ ਹੈ, ਜਿੱਥੇ ਬਹੁ ਗਿਣਤੀ ਵੀ ਸਿੱਖ ਸੰਗਤਾਂ ਆ ਰਹੀ ਹੈ, ਉੱਥੇ ਹਿੰਦੂ ਮਤ ਵਾਲੇ, ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆ ਰਹੇ ਸਨ। ਉਹ ਮਨਾਂ ਵਿੱਚ ਭਾਵਨਾ ਬਣਾ ਕੇ ਕਿ ਸਤਿਗੁਰੂ ਜੀ ਦੀ ਜ਼ਿਆਰਤ ਕਰ ਲਈਏ, ਭਾਵ ਸਤਿਗੁਰਾਂ ਦੇ ਦੀਦਾਰ ਪਰਸ ਲਵਾਂਗੇ, ਸਾਡਾ ਵੀ ਭਲਾ ਹੋ ਜਾਵੇਗਾ। ਕਿਉਂਕਿ ਆਪਣਾ ਪੀਰ ਕਰਕੇ ਮੰਨਦੇ ਸਨ ਮੁਸਲਮਾਨ ਕਿ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਪੀਰ ਹਨ। ਸਿੱਖ ਕਹਿੰਦੇ ਸਾਡੇ ਸਤਿਗੁਰੂ ਜੀ ਹੈ। ਇਹੋ ਮਹਾਰਾਜ ਮਨਾਂ ਵਿੱਚ ਭਾਵਨਾ ਬਣਾ ਕੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਪਹੁੰਚੇ ਹਨ। ਤੇ ਜਦੋਂ ਅਸੂਵਦੀ ਦਸਵੀਂ ਦਾ ਦਿਨ ਆਇਆ ਸਾਧ ਸੰਗਤ ਜੀ, ਜਿਸ ਦਿਨ ਮਹਾਰਾਜ ਸਾਹਿਬ ਦੀ ਜੋਤੀ ਜੋਤ ਸਮਾਈ ਹਨ, ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਉੱਠੇ ਹਨ, ਅੰਤਰ ਧਿਆਨ ਹੋ ਗਏ ਹੈ। ਫਿਰ ਸਾਧ ਸੰਗਤ ਜੀ ਜਿਹੜੇ ਜੋ ਸਿੱਖ ਹਨ ਗੁਰਬਾਣੀ ਦਾ ਸ਼ਬਦ ਕੀਰਤਨ ਕਰ ਰਹੇ ਹਨ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਭਾਈ ਸਾਧਾਰਨ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੀਆਂ ਚਾਦਰਾਂ ਦਿੱਤੀਆਂ ਹਨ, ਜਿਹੜੀ ਸਤਿਗੁਰੂ ਜੀ ਆਪਣੇ ਉੱਪਰ ਧਾਰਨ ਕਰਿਆ ਕਰਦੇ। 2 ਚਾਦਰਾਂ ਧੋ ਕੇ ਸੁਕਾ ਕੇ ਲੈ ਕੇ ਆਂਦੀਆਂ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਜੋਤੀ ਜੋਤ ਸਮਾਈ ਹਨ ਉੱਥੇ ਕਨਾਤ ਤਾਣੀ ਕਰਕੇ ਸਾਧ ਸੰਗਤ ਜੀ ਪਰਦਾ ਕੀਤਾ ਹੋਇਆ ਸੀ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਬਾਬਾ ਲਖਮੀ ਦਾਸ ਦੋਨੋਂ ਹੀ ਸਤਿਗੁਰੂ ਜੀ ਦੇ ਸਾਹਿਬਜ਼ਾਦੇ, ਉਦੋਂ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਹਨ ਜਦੋਂ ਦੋਨੋਂ ਹੀ ਸਾਹਿਬਜ਼ਾਦੇ ਚੱਲ ਕੇ ਆਏ ਹਨ। ਸੰਗਤਾਂ ਵੈਰਾਗ ਕਰ ਰਹੀਆਂ ਨੇ, ਮੁਖ ਤੋਂ ਸਤਨਾਮ ਦਾ ਜਾਪ ਵੀ ਕਰ ਰਹੀ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸਮੁੱਚੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ, ਐ ਸੰਗਤ ਜੀ ਕਿਸੇ ਨੇ ਵੈਰਾਗ ਨਹੀਂ ਪ੍ਰਗਟ ਕਰਨਾ। ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ ਸੀ ਕਿ ਉੱਚੀ ਉੱਚੀ ਗੁਰਬਾਣੀ ਦੇ ਸ਼ਬਦ ਪੜ੍ਹਨੇ ਹਨ, ਅਕਾਲ ਪੁਰਖ ਪਰਮੇਸ਼ਰ ਦਾ ਸਤਨਾਮ ਦਾ ਜਾਪ ਕਰਨਾ ਹੈ, ਸਿਮਰਨ ਕਰਨਾ ਹੈ। ਇਹ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਸੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦਾ ਵਚਨ ਮੰਨ ਕੇ ਸੰਗਤਾਂ ਸ਼ਬਦ ਗਾਇਨ ਕਰ ਰਹੀਆਂ। ਬਹੁ ਗਿਣਤੀ ਵਿੱਚ ਸਾਧ ਸੰਗਤ ਜੀ ਸਿੱਖ ਸੰਗਤਾਂ ਗਰੀਬ ਨਵਾਜ ਸਤਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰ ਰਹੀਆਂ ਹਨ। ਇਹ ਗਰੀਬ ਨਵਾਜ ਸਤਿਗੁਰੂ ਜੀ ਨੇ ਬੇਅੰਤ ਜੀਵਾਂ ਦਾ ਭਲਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਮਨੁੱਖਾ ਜਾਮੇ ਵਿੱਚ ਪ੍ਰਗਟ ਹੋ ਕੇ ਤਮਾਮ ਜੀਵਾਂ ਦਾ ਭਲਾ ਕਰਦੇ ਰਹੇ ਹੈ। ਸਤਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰ ਕਰਕੇ ਫਿਰ ਮਨਾਂ ਵਿੱਚੋਂ ਵੈਰਾਗ ਪ੍ਰਗਟ ਹੁੰਦਾ ਹੈ। ਐਸਾ ਵਲਵਲਾ ਹਿਰਦੇ ਵਿੱਚ ਪੈਦਾ ਹੁੰਦਾ ਜਿਸ ਕਰਕੇ ਨੇਤਰਾਂ ਵਿੱਚ ਜਲ ਭਰ ਆਉਂਦਾ ਹੈ ਕਿ ਸਤਿਗੁਰੂ ਜੀ ਦੇ ਬਾਝੋਂ ਸਾਡਾ ਕੌਣ ਭਲਾ ਕਰੇਗਾ। ਮਹਾਰਾਜ ਸਾਹਿਬ ਜੀ ਤੋਂ ਬਿਨਾਂ ਸਾਡਾ ਜੀਵਨ ਕਿੱਦਾਂ ਦਾ ਹੋਵੇਗਾ। ਜੋ ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਰਹੇ ਸਨ,
ਐਸਾ ਉਪਦੇਸ਼ ਅਸੀਂ ਕਿੱਥੋਂ ਪ੍ਰਾਪਤ ਕਰਾਂਗੇ? ਸਤਿਗੁਰੂ ਜੀ ਦੇ ਇਉਂ ਯਾਦ ਕਰ ਕਰਕੇ ਬਾਰ-ਬਾਰ ਮਨਾਂ ਵਿੱਚ ਵੈਰਾਗ ਪ੍ਰਗਟ ਕਰਦੇ ਹਨ। ਤੇ ਸਾਧ ਸੰਗਤ ਜੀ, ਤਵਾਰੇਖ ਗੁਰੂ ਖਾਲਸਾ ਵਿੱਚ ਤਵਾਰੇਖ ਵਿੱਚ ਇਉਂ ਲਿਖਿਆ ਹੋਇਆ ਹੈ ਕਿ ਜੋ ਗਰੀਬ ਨਵਾਜ ਸਤਿਗੁਰੂ ਜੀ ਦੇ ਅਨੰਨ ਸਿੱਖ ਭਾਈ ਬਾਲਾ ਜੀ ਸਨ, ਉਹ ਵੀ ਮਹਾਰਾਜ ਸਾਹਿਬ ਜੀ ਦੇ ਅੰਤ ਸਮੇਂ ਦਰਸ਼ਨਾਂ ਵਾਸਤੇ ਪਹੁੰਚੇ ਹਨ, ਕਰਤਾਰਪੁਰ ਸਾਹਿਬ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ। ਤੇ ਹਜੂਰ ਦੇ ਚਰਨਾਂ ਵੱਲ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਆਪਣਾ ਮਸਤਕ ਸਪਰਸ਼ ਕੀਤਾ ਹੈ, ਬੜੇ ਪਿਆਰ ਤੇ ਅਦਬ ਦੇ ਨਾਲ ਨਮਸਕਾਰ ਕੀਤੀ ਹੈ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਨੇ ਇੱਕ ਵਚਨ ਦਿੱਤਾ ਸੀ, ਮਹਾਰਾਜ ਮੈਨੂੰ ਆਪਣੇ ਸਿੱਖ ਨੂੰ ਦਾਸ ਜਾਣ ਕਰਕੇ ਮੈਂ ਤੈਥੋਂ ਕਦੇ ਓਹਲੇ ਨਾ ਹੋਸਾਂ, ਮਹਾਰਾਜ ਕਿਰਪਾ ਕਰਕੇ ਹੁਣ ਵਚਨ ਪੂਰਾ ਕਰੋ। ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਪਹਿਲਾਂ ਹੀ ਸੱਚਖੰਡ ਗਮਨ ਕਰ ਗਏ ਹੋ, ਆਪਣੇ ਸਿੱਖ ਨੂੰ ਮਹਾਰਾਜ ਜੀਵਨ ਭਰ ਆਪਣੇ ਨਾਲ ਰੱਖਿਆ। ਹੇ ਗਰੀਬ ਨਵਾਜ ਹੁਣ ਆਪ ਕਿਰਪਾ ਕਰੋ, ਸਤਿਗੁਰੂ ਜੀ ਮੈਨੂੰ ਦਰਸ਼ਨ ਬਖਸ਼ਿਸ਼ ਕਰੋ, ਮੇਰੇ ਮਨ ਦੀ ਇੱਛਾ ਪੂਰੀ ਕਰ ਦੇਵ। ਇੰਨੇ ਸਮੇਂ ਨੂੰ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਆਏ ਹੈ, ਆ ਕੇ ਚਰਨਾਂ ਤੇ ਬੜੇ ਪਿਆਰ ਤੇ ਅਦਬ ਦੇ ਨਾਲ ਆਪਣੇ ਮਸਤਕ ਰੱਖੇ ਹਨ, ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ। ਨੇਤਰਾਂ ਵਿੱਚੋਂ ਵੈਰਾਗ ਤੁਰਿਆ ਆ ਰਿਹਾ ਹੈ, ਨੇਤਰਾਂ ਵਿੱਚ ਜਲ ਭਰਿਆ ਤੇ ਹੱਥ ਜੋੜ ਕੇ ਬੇਨਤੀਆਂ ਕਰ ਰਹੇ ਨੇ, ਐ ਪਿਤਾ ਜੀ, ਹੇ ਗਰੀਬ ਨਵਾਜ ਸਤਿਗੁਰੂ ਜੀ, ਸਾਡੇ ਤੋਂ ਬਹੁਤ ਵੱਡੀ ਭੁੱਲ ਹੋਈ ਮਹਾਰਾਜ, ਜੀਵਨ ਭਰ ਅਸੀਂ ਗਲਤੀ ਕਰਦੇ ਰਹੇ ਹਾਂ, ਬੜੀ ਵੱਡੀ ਭੁੱਲ ਸਾਡੇ ਤੋਂ ਮਹਾਰਾਜ ਹੋਈ ਹੈ। ਆਪ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਨਹੀਂ ਸਮਝਣਾ ਕੀਤਾ, ਕੇਵਲ ਤੁਹਾਨੂੰ ਪਿਤਾ ਤੱਕ ਹੀ ਸੀਮਤ ਰਹੇ ਕਿ ਆਪ ਜੀ ਸਾਡੇ ਪਿਤਾ ਹੋ। ਜਿਵੇਂ ਸੰਸਾਰ ਦੇ ਜੀਵਾਂ ਦੇ ਮਾਤਾ ਪਿਤਾ ਹੁੰਦੇ ਆ, ਉਹਨਾਂ ਦੀ ਤਰ੍ਹਾਂ ਮਹਾਰਾਜ ਤੁਹਾਨੂੰ ਪਿਤਾ ਹੀ ਅਸੀਂ ਸਮਝਦੇ ਰਹੇ ਸਾਂ। ਮਹਾਰਾਜ ਆਪ ਜੀ ਦੇ ਸਰੂਪ ਨੂੰ ਜਾਣ ਨਾ ਸਕੇ, ਸਾਡੀ ਮਰਦ ਦੇ ਪਰਦਾ ਪਿਆ ਹੋਇਆ ਸੀ, ਬੇਗਿਆਤ ਸਾਂ। ਆਪ ਨੇ ਹੁਣ ਕਿਰਪਾ ਕੀਤੀ, ਸੋਝੀ ਬਖਸ਼ੀ ਹੈ। ਹੇ ਗਰੀਬ ਨਵਾਜ ਆਪ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੋ, ਸਰਬ ਕਲਾ ਸਮਰੱਥ ਹੋ, ਸਭ ਕੁਝ ਆਪ ਜੀ ਦੇ ਹੱਥਾਂ ਵਿੱਚ ਹੈ, ਸਾਰੀਆਂ ਸ਼ਕਤੀਆਂ ਮਹਾਰਾਜ ਆਪ ਜੀ ਦੇ ਅਧੀਨ ਹਨ। ਮਹਾਰਾਜ ਕਿਰਪਾ ਕਰੋ, ਬਹੁਤਾ ਨਹੀਂ ਤਾਂ 2 ਘੜੀਆਂ ਸਮਾਂ ਮਹਾਰਾਜ ਸਾਨੂੰ ਦਰਸ਼ਨ ਦੇ ਦੇਵੋ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ। ਇਧਰ ਭਾਈ ਬਾਲਾ ਜੀ ਵੀ ਵੈਰਾਗ ਵਿੱਚ ਆ ਕੇ ਬੇਨਤੀਆਂ ਕਰ ਰਹੇ ਨੇ, ਤੇ ਸਮੁੱਚੀ ਸੰਗਤ ਦੇ ਮਨਾਂ ਵਿੱਚ ਫਿਰ ਪਿਆਰ ਪੈਦਾ ਹੋਣ ਲੱਗਾ ਹੈ। ਕਹਿਣ ਲੱਗੇ ਕਿ ਹੁਣ ਸਮੁੱਚੀ ਸੰਗਤ ਮਿਲ ਕਰਕੇ ਅਰਦਾਸ ਕਰੇ। ਤਾਂ ਹੀ ਸਾਧ ਸੰਗਤ ਜੀ ਸਮੁੱਚੀ ਸੰਗਤ ਦੇ ਕੀਤੇ ਹੋਏ ਅਰਦਾਸ ਦੇ ਵਿੱਚ ਬੜੀ ਵੱਡੀ ਬਰਕਤ ਮੰਨੀ ਗਈ ਹੈ। ਸਾਰੀ ਸੰਗਤ ਮਿਲ ਕੇ ਜਦੋਂ ਅਰਦਾਸ ਕਰਦੀ ਹੈ, ਗਰੀਬ ਨਵਾਜ ਸਤਿਗੁਰੂ ਜੀ ਜ਼ਰੂਰ ਬਖਸ਼ਿਸ਼ ਕਰ ਦਿੰਦੇ ਹਨ। ਜਦੋਂ ਸਾਰੀ ਸੰਗਤ ਹੀ ਮਿਲ ਕਰਕੇ ਅਰਦਾਸ ਕਰ ਰਹੀ ਹੈ ਤੇ ਗਰੀਬ ਨਵਾਜ ਸਤਿਗੁਰੂ ਜੀ ਫਿਰ ਉੱਠ ਕਰਕੇ ਬੈਠ ਗਏ ਹਨ ਤੇ ਮਹਾਰਾਜ ਸਤਿਗੁਰੂ ਜੀ ਦੇ ਦੀਦਾਰ ਕੀਤੇ। ਮਨਾਂ ਵਿੱਚ ਖੁਸ਼ੀ ਵੀ ਹੋਈ ਹੈ ਔਰ ਵੈਰਾਗ ਦੇ ਨਾਲ ਸਾਧ ਸੰਗਤ ਜੀ ਨੇਤਰਾਂ ਵਿੱਚੋਂ ਜਲ ਭਰਿਆ ਆ ਰਿਹਾ ਹੈ। ਫਿਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਸਾਹਿਬਜ਼ਾਦਿਓ, ਐ ਸਪੁੱਤਰੋ, ਜੇਕਰ ਹੋਰ ਵੀ ਤੁਸੀਂ ਕੋਈ ਮੰਗ ਪਾਉਂਦੇ ਨਾ, ਕਿਉਂਕਿ ਪਰਮੇਸ਼ਰ ਦਾ ਵਾਸਤਾ ਪਾਇਆ ਕਿ ਰੱਬ ਦਾ ਵਾਸਤਾ ਪਾਉਣੇ ਕਰਕੇ ਮਹਾਰਾਜ ਕਹਿੰਦੇ ਅਸੀਂ ਪ੍ਰਗਟ ਹੋਏ ਹਾਂ। ਅਕਾਲ ਪੁਰਖ ਪਰਮੇਸ਼ਰ ਦਾ ਵਾਸਤਾ ਪਾਇਆ ਤਾਂ ਸਤਿਗੁਰੂ ਜੀ ਪ੍ਰਗਟ ਹੋ ਕਰਕੇ ਫਿਰ ਅਡੋਲ ਚੌਂਕੜਾ ਲਗਾ ਕੇ ਬੈਠ ਗਏ ਤੇ ਕਹਿਣ ਲੱਗੇ ਜੇ ਕਿਤੇ ਹੋਰ ਜ਼ਿਆਦਾ ਉਮਰ ਤੁਸੀਂ ਮੰਗੀ ਹੁੰਦੀ, ਉਹ ਵੀ ਸਮਾਂ ਸੀ ਕਹਿੰਦੇ ਕਿ ਸਰੀਰ ਕਰਕੇ ਤੁਹਾਡੇ ਜੀਵਾਂ ਦੀ ਕਲਿਆਣ ਕਰਨੀ ਸੀ, ਪਰ ਤੁਸੀਂ 2 ਘੜੀਆਂ ਸਮਾਂ ਹੀ ਮੰਗਿਆ ਦਰਸ਼ਨਾਂ ਦਾ। ਕੇਵਲ 2 ਘੜੀਆਂ ਸਮਾਂ ਅਸੀਂ ਸਰੀਰ ਕਰਕੇ ਤੁਹਾਨੂੰ ਦਰਸ਼ਨ ਦੇਵਾਂਗੇ, ਜੋ ਵੀ ਤੁਸੀਂ ਬਚਨ ਬਿਲਾਸ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦਾ ਬਚਨ ਜਦੋਂ ਸੁਣਿਆ ਤੇ ਬੜਾ ਮਨਾਂ ਵਿੱਚ ਵੈਰਾਗ ਸਾਹਿਬਜ਼ਾਦਿਆਂ ਜੀ ਦੇ ਪੈਦਾ ਹੋਇਆ ਤੇ ਹੱਥ ਜੋੜ ਕਰਕੇ ਬੇਨਤੀ ਕਰਦੇ ਨੇ। ਕਹਿਣ ਲੱਗੇ ਮਹਾਰਾਜ ਐ ਪਿਤਾ ਜੀ, ਆਪ ਜੀ ਸੱਚਖੰਡ ਗਮਨ ਕਰ ਚੱਲੇ ਹੋ, ਤੁਹਾਡੇ ਤੋਂ ਬਾਅਦ ਮਹਾਰਾਜ ਸਾਡਾ ਕੌਣ ਸਤਿਕਾਰ ਕਰੇਗਾ, ਕੌਣ ਸਾਨੂੰ ਭੇਟਾਵਾਂ ਦੇਵੇਗਾ। ਤੇ ਹਜੂਰ ਨੇ ਬਚਨ ਕੀਤਾ, ਜਿਹੜੇ ਸਿੱਖ ਸ਼ਰਧਾਵਾਨ ਪਿਆਰ ਵਾਲੇ ਸਾਡੇ ਗੁਰਸਿੱਖ ਹਨ, ਜੇ ਉਹਨਾਂ ਦਾ ਸਤਿਕਾਰ ਮਾਣ ਤੇ ਪਿਆਰ ਉਹਨਾਂ ਨੂੰ ਸੰਸਾਰ ਦੇ ਜੀਵ ਦਿੰਦੇ ਹਨ, ਸਿੱਖ ਸੰਗਤਾਂ ਮਾਣ ਸਤਿਕਾਰ ਦਿੰਦੀਆਂ, ਤੇ ਤੁਸੀਂ ਤਾਂ ਸਾਡੇ ਆਪਣੇ ਸੰਤਾਨ ਹੋ, ਸਾਡੇ ਸਾਹਿਬਜ਼ਾਦੇ ਹੋ, ਕਿ ਤੁਹਾਨੂੰ ਨਹੀਂ ਪਿਆਰ ਸਤਿਕਾਰ ਮਿਲੇਗਾ? ਜ਼ਰੂਰ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਬਖਸ਼ਿਸ਼ ਕੀਤਾ, ਸੰਸਾਰ ਦੇ ਜਿਹੜੇ ਸੁੱਖ ਸਹੂਲਤਾਂ ਹਨ, ਮਾਣ ਵਡਿਆਈ ਤੁਹਾਨੂੰ ਵੀ ਮਿਲੇਗਾ,
ਪਰ ਸ਼ਬਦ ਦਾ ਪਿਆਰ ਕੇਵਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸਾਡੇ ਸੇਵਕ ਬਾਬਾ ਲਹਿਣਾ ਜੀ ਦੇ ਕੋਲੋਂ ਹੀ ਪ੍ਰਾਪਤ ਹੋਵੇਗਾ। ਇਹ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਸੀ। ਔਰ ਸਾਧ ਸੰਗਤ ਜੀ, ਜਦੋਂ 2 ਘੜੀਆਂ ਦਾ ਸਮਾਂ ਪੂਰਾ ਹੋ ਗਿਆ, ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇੱਕ ਚਾਦਰਾ ਹੇਠਾਂ ਵਿਛਾਇਆ ਹੋਇਆ ਸੀ ਤੇ ਦੂਸਰਾ ਚਾਦਰਾ ਆਪਣੇ ਸਰੀਰ ਦੇ ਉੱਪਰ ਮਹਾਰਾਜ ਸਾਹਿਬ ਜੀ ਨੇ ਲਿਆ ਹੋਇਆ ਹੈ। ਔਰ ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਸਾਧ ਸੰਗਤ ਜੀ ਜੋਤੀ ਜੋਤ ਸਮਾਉਣਾ ਕੀਤਾ। ਔਰ ਕੁੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਰਬਲਾ 69 ਸਾਲ 10 ਮਹੀਨੇ ਤੇ 10 ਦਿਨ ਦੀ ਹੈ, ਜੋ ਗੁਰ ਇਤਿਹਾਸ ਦੇ ਪੰਨਿਆਂ ਤੇ ਲਿਖੀ ਹੋਈ ਹੈ। ਸਰੀਰ ਕਰਕੇ ਜੋ ਮਹਾਰਾਜ ਸਾਹਿਬ ਜੀ ਨੇ ਜੀਵਾਂ ਦੀ ਕਲਿਆਣ ਕੀਤੀ, ਜੀਵਾਂ ਦਾ ਭਲਾ ਕੀਤਾ। ਤੇ ਸਾਧ ਸੰਗਤ ਸਮੁੱਚੀਆਂ ਸੰਗਤਾਂ ਦੇ ਵਿੱਚ ਉਸ ਸਮੇਂ ਬੜਾ ਰੌਲਾ ਪੈਣਾ ਸ਼ੁਰੂ ਹੋ ਗਿਆ ਜਦੋਂ ਮਹਾਰਾਜ ਸੱਚਖੰਡ ਗਮਨ ਕਰ ਗਏ ਹਨ। ਇੱਕ ਪਾਸੇ ਮੁਸਲਮਾਨ ਆਪਣਾ ਪੱਖ ਜਤਾ ਰਹੇ ਨੇ, ਦੂਜੇ ਪਾਸੇ ਹਿੰਦੂ ਮਤ ਵਾਲੇ ਆਪਣੀ ਮਰਜ਼ਾਦਾ ਅਨੁਸਾਰ ਕਹਿੰਦੇ ਕਿ ਅਸੀਂ ਸੰਸਕਾਰ ਕਰਨਾ ਹੈ। ਔਰ ਮੁਸਲਮਾਨ ਵੀਰ ਕਹਿੰਦੇ ਨਹੀਂ, ਸਤਿਗੁਰੂ ਜੀ ਸਾਡੇ ਪੀਰ ਸਨ, ਅਸੀਂ ਧਰਤੀ ਵਿੱਚ ਦਫਨਾਉਣ ਦੀ ਮਰਜ਼ਾਦਾ ਪੂਰੀ ਕਰਨੀ ਹੈ ਬੜੇ ਅਦਬ ਦੇ ਨਾਲ। ਤੇ ਗਰੀਬ ਨਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਸ ਕਨਾਰ ਦੇ ਅੰਦਰ ਸਾਧ ਸੰਗਤ ਜੀ ਪੜਦੇ ਅੰਦਰ ਪਾਵਨ ਸਰੀਰ ਸੀ ਗਰੀਬ ਨਵਾਜ ਸਤਿਗੁਰੂ ਜੀ ਦਾ, ਸਿੱਖ ਉੱਥੋਂ ਉੱਠ ਕਰਕੇ ਬਾਹਰ ਆਏ ਜਦੋਂ ਚੀਚੀ ਰੌਲਾ ਪੈਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਇੱਕ ਦੂਜੇ ਨੂੰ ਮਾਰਨ ਦੇ ਵਾਸਤੇ ਵੀ ਕਿੰਨਾ ਸਾਧ ਸੰਗਤ ਜੀ ਝਗੜਾ ਵੱਧ ਚੁੱਕਾ ਸੀ। ਤੇ ਜਿਹੜੇ ਕੋਈ ਸਿਆਣੇ ਸਿੱਖ ਸਨ ਤੇ ਇਹਨਾਂ ਨੇ ਵਿਚਾਰ ਕਰਕੇ ਫਿਰ ਉਹਨਾਂ ਨੂੰ ਸਮਝਾਇਆ। ਕਹਿਣ ਲੱਗੇ, ਭਾਈ ਜਨੋ ਤੁਸੀਂ ਕੋਈ ਓਪਰੇ ਥੋੜਾ ਹੋ, ਸਾਰੇ ਸਿੰਘ ਗੁਰੂ ਭਾਈ ਹਾਂ, ਸਾਡੇ ਸਾਰਿਆਂ ਦੇ ਸਾਂਝੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਝਗੜਾ ਕਿਉਂ ਕਰਦੇ ਪਏ ਹੋ? ਤੇ ਸਤਿਗੁਰੂ ਜੀ ਕਿਤੇ ਗਏ ਥੋੜਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਗਰੀਬ ਨਵਾਜ ਸਤਿਗੁਰੂ ਜੀ ਹਨ। ਆਓ ਆ ਕੇ ਸਤਿਗੁਰੂ ਜੀ ਦੇ ਪਾਵਨ ਸਰੀਰ ਦੇ ਕੋਲ ਆ ਕੇ ਅਸੀਂ ਬੇਨਤੀ ਕਰਕੇ ਪੁੱਛ ਲੈਨੇ, ਮਹਾਰਾਜ ਸਾਨੂੰ ਜ਼ਰੂਰ ਜਵਾਬ ਦੇਣਗੇ। ਜਦੋਂ ਮੁਖੀ ਸਿੱਖ ਅੱਗੇ ਆਏ ਹਨ ਤੇ ਕੀ ਦੇਖਿਆ ਸਾਧ ਸੰਗਤ ਜੀ, ਕੇਵਲ 2 ਚਾਦਰਾਂ ਹੀ ਮਹਾਰਾਜ ਸਾਹਿਬ ਜੀ ਦੇ ਉੱਤੇ ਪਈਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸਤਿਗੁਰੂ ਜੀ ਨੇ ਆਪਣਾ ਸਰੀਰ ਅਲੋਪ ਕਰ ਦਿੱਤਾ। ਜਿਵੇਂ ਸਿੱਧਾਂ ਨੂੰ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਨਾ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਮਹਾਰਾਜ ਕਹਿੰਦੇ ਹਨ ਇਦਾਂ ਦਾ ਗੋਦੜਾ ਧਾਰਨ ਕਰਨਾ ਚਾਹੀਦਾ ਕਿ ਕਾਲ ਤੋਂ ਕੁਵਾਰੀ ਕਰਕੇ ਰੱਖਣਾ ਇਸ ਕਾਇਆ ਨੂੰ, ਸਰੀਰ ਨੂੰ, ਕਿ ਕਾਲ ਕਿਤੇ ਵਿਆਹ ਕੇ ਨਾ ਲੈ ਜਾਵੇ, ਆਪਣੇ ਵਸ ਵਿੱਚ ਨਾ ਕਰਕੇ ਲੈ ਜਾਵੇ। ਇਹ ਬਚਨ ਵੀ ਮਹਾਰਾਜ ਸਾਹਿਬ ਜੀ ਨੇ ਸੱਚ ਕਰਕੇ ਸਫਲਾ ਕਰਕੇ ਦਿਖਾ ਦਿੱਤਾ। ਤੇ ਸਾਰੇ ਸਿੱਖ ਬੜੇ ਹੈਰਾਨ ਹੋਏ ਕਿ ਮਹਾਰਾਜ ਸਾਹਿਬ ਜੀ ਦਾ ਪਾਵਨ ਸਰੀਰ ਕਿੱਥੇ ਚਲਾ ਗਿਆ। ਮੁਖੀ ਵਿਚਾਰਵਾਨ ਸਿੱਖਾਂ ਨੇ ਵਿਚਾਰ ਕੀਤੀ, ਕਹਿਣ ਲੱਗੇ ਕਿ ਸਤਿਗੁਰੂ ਜੀ ਸਦਾ ਹੀ ਸੰਸਾਰ ਦੇ ਅੰਦਰ ਕਲ ਕਲੇਸ਼ ਮਿਟਾ ਕੇ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦੇ ਰਹੇ ਹੈ। ਜਿਵੇਂ ਜੀਵਨ ਭਰ ਮਹਾਰਾਜ ਸਾਹਿਬ ਜੀ ਨੇ ਝਗੜਾ ਹਟਾ ਕਰਕੇ ਤੇ ਸਤਿਗੁਰੂ ਜੀ ਨੇ ਆਪੋ ਵਿੱਚ ਪਿਆਰ ਪ੍ਰਗਟ ਕੀਤਾ। ਤੇ ਸਤਿਗੁਰੂ ਜੀ ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਸਰੀਰ ਅਲੋਪ ਕਰਕੇ ਸਾਨੂੰ ਪਿਆਰ ਦੇ ਵਿੱਚ ਰਹਿਣ ਦਾ ਮਹਾਰਾਜ ਸਾਹਿਬ ਜੀ ਨੇ ਸੰਦੇਸ਼ਾ ਦਿੱਤਾ ਹੈ। ਝਗੜਾ ਮਿਟਾਉਣ ਵਾਸਤੇ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣਾ ਸਰੀਰ ਹੀ ਅਲੋਪ ਕਰ ਲਿਆ ਹੈ। ਤੇ ਸਾਧ ਸੰਗਤ ਜੀ 2 ਚਾਦਰਾਂ, ਇੱਕ ਮੁਸਲਮਾਨਾਂ ਨੂੰ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਦੇ ਦਿੱਤੀ ਤੇ ਇੱਕ ਦੂਸਰੀ ਚਾਦਰ ਜਿਹੜੀ ਸੀ ਹਿੰਦੂ ਮਤ ਦੇ ਅਨੁਸਾਰ ਉਹਨਾਂ ਨੇ ਆਪਣੀ ਮਰਜ਼ਾਦਾ ਦੇ ਅਨੁਸਾਰ ਸੰਸਕਾਰ ਕੀਤਾ। ਤੇ ਜਿਹੜੇ ਮੁਸਲਮਾਨ ਸਨ ਤਿੰਨਾਂ ਨੇ ਚਾਦਰ ਲੈ ਕੇ ਧਰਤੀ ਵਿੱਚ ਦਫਨਾ ਦਿੱਤੀ ਹੈ। ਤੇ ਗਰੀਬ ਨਵਾਜ ਇਹੋ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਪਾਉਣ ਦੇ ਵਾਸਤੇ ਸਮੁੱਚੀਆਂ ਸਿੱਖ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਨੇ। ਔਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਦੇ ਅੰਤ ਸਮੇਂ ਦੀਦਾਰ ਕਰਕੇ ਜੋ ਨਿਹਾਲ ਹੋਣਾ ਕੀਤਾ, ਜੋ ਗਰੀਬ ਨਵਾਜ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਸਰੀਰ ਸਦਾ ਵਾਸਤੇ ਸੰਸਾਰ ਵਿੱਚ ਕਾਇਮ ਨਹੀਂ ਰਹਿੰਦੇ। ਇਹ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕਰਕੇ ਬੜਾ ਧੀਰਜਤਾ ਸਿੱਖਾਂ ਦੇ ਮਨਾਂ ਵਿੱਚ ਪੈਦਾ ਹੋਈ। ਨਹੀਂ ਤਾਂ ਵਿਰਾਗ ਦੇ ਵੇਜ ਵਿੱਚ ਆ ਕਰਕੇ ਸਤਿਗੁਰੂ ਜੀ ਦੇ ਬਾਰ-ਬਾਰ ਗੁਣਾਂ ਨੂੰ ਯਾਦ ਕਰ ਕਰਕੇ ਨੇਤਰਾਂ ਵਿੱਚੋਂ ਜਲ ਭਰ ਆਉਂਦਾ ਸੀ ਕਿ ਮਹਾਰਾਜ ਸਾਹਿਬ ਜੀ ਤੋਂ ਬਿਨਾਂ ਹੁਣ ਸਾਡਾ ਜੀਵਨ ਕਿਹੋ ਜਿਹਾ ਹੋਵੇਗਾ। ਸਤਿਗੁਰੂ ਜੀ ਦੇ ਗੁਣਾਂ ਨੂੰ ਬਾਰ-ਬਾਰ ਯਾਦ ਕਰਦੇ ਆ। ਸੋ ਅੱਜ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਪਾਵਨ ਦਿਵਸ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾਉਣ, ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਅਤੇ ਆਪਣੇ ਚਰਨਾਂ ਦਾ ਪਿਆਰ ਤੇ ਭਰੋਸਾ ਬਖਸ਼ਿਸ਼ ਕਰਕੇ ਨਿਵਾਜਣ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ।
ਆਓ ਹੁਣ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜੀਏ, ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਅਸੀਂ ਸਰਵਣ ਕਰਦੇ ਹਾਂ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰਦੇ ਆ, ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਇੱਕ ਵਾਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਰਸਨਾ ਤੋਂ ਪਿਆਰ ਦੇ ਨਾਲ ਉਚਾਰਨ ਕਰੀਏ। ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਫੀਲ ਰਬਾਬੀ ਬਲਦ ਪਖਾਵਜ। ਆਸਾ ਰਾਗ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 477 ਅੰਗ ਤੇ ਸੁਸ਼ੋਭਿਤ ਹੈ। ਇਹ ਸ਼ਬਦ ਦੀ ਉਥਾਨਕਾ ਹੈ। ਕੋਈ ਪ੍ਰੇਮੀ ਸ਼ਰਧਾਲੂ ਸਨ, ਬੇਨਤੀ ਕੀਤੀ ਭਗਤ ਕਬੀਰ ਜੀ ਦੇ ਪਾਸ, ਕਹਿਣ ਲੱਗੇ ਮਹਾਰਾਜ ਸੰਸਾਰ ਸਤ ਹੈ ਕਿ ਅਸਤ ਹੈ? ਜੇ ਮਹਾਰਾਜ ਸੰਸਾਰ ਅਸਤ ਹੈ ਤੇ ਕਿਰਪਾ ਕਰੋ, ਉਪਦੇਸ਼ ਬਖਸ਼ਿਸ਼ ਕਰੋ, ਜਿਸ ਕਰਕੇ ਸਾਡੇ ਮਨਾਂ ਵਿੱਚ ਵਿਸ਼ਵਾਸ ਹੋ ਜਾਵੇ ਕਿ ਸੰਸਾਰ ਝੂਠਾ ਹੈ। ਸੰਸਾਰ ਸਦਾ ਰਹਿਣ ਵਾਲਾ ਨਹੀਂ ਹੈ। ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਹਨ, ਕਿਉਂਕਿ ਸ਼ਰੀਰਾਂ ਦੇ ਨਾਲ ਮੋਹ ਬਣਿਆ ਰਹਿੰਦਾ ਹੈ, ਤੇ ਮਹਾਰਾਜ ਜਿਸ ਕਰਕੇ ਬਾਰ-ਬਾਰ ਜੰਮਣ ਤੇ ਮਰਨ ਦਾ ਗੇੜ ਬਣਿਆ ਰਹਿੰਦਾ ਹੈ। हे ਭਗਤ ਜੀ, ਇਸ ਲਈ ਆਪ ਉਪਦੇਸ਼ ਬਖਸ਼ਿਸ਼ ਕਰੋ। ਤੇ ਸਾਧ ਸੰਗਤ ਜੀ, ਬਹੁਤ ਸਾਰੇ ਸਵਾਲ ਭਗਤ ਕਬੀਰ ਸਾਹਿਬ ਜੀ ਦੇ ਪਾਸ ਕੀਤੇ ਸਨ ਪ੍ਰੇਮੀ ਜਨਾਂ ਨੇ, ਤੇ ਇਹਨਾਂ ਦਾ ਜਵਾਬ ਦੇਣ ਦੇ ਲਈ ਆਸਾ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਇਹ ਸ਼ਬਦ ਦੇ ਅੰਦਰ ਜੋ ਉਪਦੇਸ਼ ਬਖਸ਼ਿਆ ਹੈ ਕਿ ਜੋ ਕੋਈ ਸੰਸਾਰ ਦੇ ਵਿੱਚ ਨਹੀਂ ਹੋਣ ਵਾਲਾ, ਉਹ ਕੁਝ ਕਥਨ ਕਰਕੇ ਤੇ ਸੰਸਾਰ ਨੂੰ ਅਸਤ ਕਥਨ ਕੀਤਾ ਹੈ। ਕਿ ਜਿਵੇਂ ਇਹ ਸਾਰਾ ਕੋਈ ਇਸ ਸੰਸਾਰ ਦੇ ਵਿੱਚ ਨਹੀਂ ਹੁੰਦਾ, ਅਣਹੋਇਆ ਹੀ ਹੈ, ਕੇਵਲ ਕਥਨ ਮਾਤਰ ਹੀ ਹੈ, ਇਸੇ ਪ੍ਰਕਾਰ ਸੰਸਾਰ ਵੀ ਕੇਵਲ ਕਹਿਣੇ ਮਾਤਰ ਹੈ। ਇਹ ਅਣਹੋਇਆ ਹੀ ਹੈ ਸੰਸਾਰ, ਕਿਉਂਕਿ ਮਹਾਰਾਜ ਜੀ ਦੇ ਬਚਨ ਹਨ, ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ। ਜਿਉ ਸੁਪਨਾ ਆਰ ਪੇਖਣਾ ਤੈਸੇ ਜਗ ਕਉ ਜਾਨ। ਸਰੀਰ ਕਰਕੇ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਬਣਦਾ। ਮਹਾਰਾਜ ਸਾਹਿਬ ਜੀ ਇਸੇ ਤਰ੍ਹਾਂ ਹੀ ਭਗਤ ਰਸਨਾ ਦੁਆਰਾ ਇਹ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਫੀਲ ਰਬਾਬੀ ਬਲਦ ਪਖਾਵਜ। ਕਹਿੰਦੇ ਹਨ ਕਿ ਜਿਵੇਂ ਐ ਸ਼ਰਧਾਲੂ ਜਨੋ, ਫੀਲ ਜਿਹੜਾ ਹਾਥੀ ਹੈ, ਕਹਿੰਦੇ ਰਬਾਬ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਸੀ। ਇਹਦੇ ਵੀ ਸਾਧ ਸੰਗਤ ਜੀ ਇੱਕ ਵਾਂਝਿਆਂ ਦਾ ਪੁੱਤਰ, ਭਾਵ ਜਿਹੜੀ ਬਾਂਝ ਇਸਤਰੀ ਹੁੰਦੀ ਹੈ ਨਾ, ਉਹਦਾ ਕੋਈ ਪੁੱਤਰ ਨਹੀਂ ਹੋਇਆ ਕਰਦਾ। ਉਹਦੇ ਵਿਆਹ ਦਾ ਰੂਪਕ ਅਲੰਕਾਰ ਬਣਾ ਕੇ ਵੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਕਹਿੰਦੇ ਵਾਂਝਾ ਇਸਤਰੀ ਦਾ ਜਿਹੜਾ ਪੁੱਤਰ ਹੈ, ਉਹਦੇ ਘਰ ਪੁੱਤਰ ਪੈਦਾ ਨਹੀਂ ਹੁੰਦਾ, ਤੇ ਉਹਦਾ ਵਿਆਹ ਕਰਨ ਦੇ ਵਾਸਤੇ ਕਹਿੰਦੇ ਕੋਈ ਚਲਾ ਜਾਵੇ, ਇਹ ਗੱਲਾਂ ਬਣਾ ਕੇ ਦੱਸੀ ਜਾਵੇ, ਤੇ ਉਹ ਸੱਚ ਥੋੜਾ ਝੂਠ ਹੀ ਹੈ ਨਾ। ਜਿਸ ਇਸਤਰੀ ਦੇ ਘਰ ਵਿੱਚ ਪੁੱਤਰ ਹੀ ਨਹੀਂ ਪੈਦਾ ਹੋਇਆ, ਕਹੀ ਜਾਵੇ ਕਿ ਉਹਦੇ ਪੁੱਤਰ ਦਾ ਵਿਆਹ ਹੈ, ਫਿਰ ਗਾਉਣ ਵਜਾਉਣ ਵੀ ਕਰਨਾ ਹੈ, ਇਹ ਬੜੀਆਂ ਗੱਲਾਂ ਬਣਾ ਕਰਕੇ ਦੱਸੀਆਂ ਜਾਣ, ਇਹ ਸਾਰਾ ਕੁਝ ਝੂਠ ਹੈ। ਇਸੇ ਤਰ੍ਹਾਂ ਕਹਿੰਦੇ ਕੇਵਲ ਕਹਿਣੇ ਮਾਤਰ, ਕਥਨ ਮਾਤਰ ਹੀ ਸੰਸਾਰ ਅਸਤ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਫਿਰ ਉਚਾਰਨ ਕਰ ਰਹੇ ਹੈ ਫੀਲ ਰਬਾਬੀ। ਕਹਿੰਦੇ ਹਨ ਕਿ ਜਿਹੜਾ ਫੀਲ ਹਾਥੀ ਹੈ, ਰਬਾਬ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਸੀ। ਬਲਦ ਪਖਾਵਜ, ਤੇ ਬਲਦ ਜਿਹੜਾ ਹੈ ਉਹ ਕਹਿੰਦੇ ਹਨ ਕਿ ਢੋਲਕੀ ਵਜਾਉਂਦਾ ਪਿਆ। ਇਉਂ ਪੌੜ ਮਾਰ ਕਰਕੇ ਢੋਲਕੀਆਂ ਪਾੜੀ ਜਾ ਰਿਹਾ ਹੈ। ਕਊਆ ਤਾਲ ਵਜਾਵੇ। ਤੇ ਕਊਆ ਕਹਿੰਦੇ ਜਿਹੜਾ ਕਾ ਹੈ, ਤਾਲ ਵਜਾਉਂਦਾ ਪਿਆ ਸੀਗਾ। ਕੈਂਚੀਆਂ ਲੈ ਕਰਕੇ ਹੱਥਾਂ ਦੇ ਨਾਲ ਤਾਲ ਵਜਾਉਂਦਾ ਸੀ। ਇਹ ਸਾਧ ਸੰਗਤ ਜੀ ਸਭ ਕੁਝ ਝੂਠ ਹੀ ਹੈ ਨਾ। ਹਾਥੀ ਕਿਵੇਂ ਰਬਾਬ ਵਜਾ ਸਕਦਾ ਹੈ? ਤਾਲ ਕਊਆ ਕਿਵੇਂ ਤਾਲ ਵਜਾ ਸਕਦਾ ਹੈ? ਤੇ ਬਲਦ ਕਿਵੇਂ ਸਾਧ ਸੰਗਤ ਜੀ ਢੋਲਕੀ ਦੇ ਤਾਲ ਕੱਢ ਸਕਦਾ, ਢੋਲਕੀ ਵਜਾ ਸਕਦਾ? ਇਹ ਸਭ ਕੁਝ ਝੂਠਾ ਹੈ। ਇਉਂ ਕਹਿੰਦੇ ਹਨ ਸੰਸਾਰ ਵੀ ਕੇਵਲ ਕਥਨ ਮਾਤਰ ਹੀ ਹੈ। ਕਊਆ ਤਾਲ ਵਜਾਵੇ, ਕਹਿੰਦੇ ਹਨ ਕਿ ਕਊਆ ਬੜਾ ਤਾਲ ਕੈਂਸੀਆਂ ਵਜਾਉਂਦਾ ਪਿਆ ਸੀ। ਪਹਿਰ ਚੋਲਨਾ ਗਧਾ ਨਾਚੈ। ਤੇ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀ ਜਨੋ, ਇੱਕ ਗਧਾ ਉਹ ਚੋਲਾ ਪਾ ਕੇ ਤੇ ਨੱਚਦਾ ਪਿਆ। ਪਹਿਰ ਚੋਲਨਾ ਗਧਾ ਨਾਚੈ। ਗਧਾ ਚੋਲਾ ਪਾ ਕਰਕੇ ਤੇ ਉੱਚੀ ਉੱਚੀ ਨਿਰਤਕਾਰੀਆਂ ਕਰਦਾ ਸੀ, ਹੱਥ ਉੱਚੇ ਉੱਚੇ ਕਰਕੇ ਤੇ ਨੱਚਦਾ ਪਿਆ ਸੀ। ਪੈਸਾ ਭਗਤ ਕਰਾਵੇ। ਤੇ ਪੈਸਾ ਜਿਹੜਾ ਝੋਟਾ ਹੈ ਉਹ ਭਗਤੀ ਕਰਵਾਉਂਦਾ ਪਿਆ, ਭਗਤੀ ਦੀਆਂ ਗੱਲਾਂ ਸੁਣਾਉਂਦਾ ਪਿਆ ਸੀ।
ਤੇ ਸਾਧ ਸੰਗਤ ਜੀ ਭੈਂਸਾ ਤੇ ਇੱਕ ਪਸ਼ੂ ਹੈ, ਉਹ ਜ਼ੁਬਾਨ ਤੋਂ ਬੋਲ ਹੀ ਨਹੀਂ ਸਕਦਾ, ਇਹ ਕੇਵਲ ਕਥਨ ਮਾਤਰ ਹੀ ਹੈ ਨਾ, ਇਹ ਕੇਵਲ ਕਹਿਣੇ ਮਾਤਰ ਹੀ ਹੈ ਨਾ, ਸੱਚ ਥੋੜਾ ਹੈ, ਅਸਤ ਹੈ। ਇਸੇ ਪ੍ਰਕਾਰ ਕਹਿੰਦੇ ਸੰਸਾਰ ਵੀ ਅਸਤ ਹੈ, ਕੇਵਲ ਕਹਿਣੇ ਮਾਤਰ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਸੰਸਾਰ ਸਦਾ ਸਤ ਨਹੀਂ ਹੈ। ਕਹਿੰਦੇ ਹਨ ਕਿ ਪੈਸਾ ਭਗਤ ਕਰਾਵੇ, ਉਹ ਭਗਤੀ ਦੀਆਂ ਗੱਲਾਂ ਕਰਦਾ ਪਿਆ ਸੀ, ਉਪਦੇਸ਼ ਦਿੰਦਾ ਪਿਆ। ਰਾਜਾ ਰਾਮ ਕਕਰੀਆ ਬਰੇ ਪਕਾਏ। ਫਿਰ ਕਹਿੰਦੇ ਹਨ ਕਿ ਰਾਜਾ ਰਾਮ ਇੱਕ ਹਲਵਾਈ ਸੀ ਤੇ ਉਹਨੇ ਕਕਰੀਆ ਬਣੇ ਪਕਾਏ। ਕਹਿੰਦੇ ਹਨ ਕਿ ਜਿਹੜੀਆਂ ਖੇਲਾਂ ਹੁੰਦੀਆਂ ਨੇ ਉਹਨੇ ਸਾਧ ਸੰਗਤ ਜੀ ਪਕਵਾਨ ਤਿਆਰ ਕੀਤੇ ਹਨ ਕਕੜੀਆਂ ਦੇ, ਉਹਨਾਂ ਦੇ ਪਕਵਾਨ ਬਣਾ ਬਣਾ ਕਰਕੇ ਲਿਆਉਂਦਾ ਪਿਆ ਕਿ ਜੰਝ ਆਵੇਗੀ, ਬਾਂਝਿਆਂ ਦਾ ਪੁੱਤਰ ਦਾ ਵਿਆਹ ਹੈ ਤੇ ਲੋਕਾਂ ਨੇ ਜੰਝ ਵਾਲਿਆਂ ਨੇ ਇਕੱਠੇ ਹੋ ਕੇ ਆਉਣਾ ਤੇ ਮੈਂ ਪਕਵਾਨ ਤਿਆਰ ਕਰਾਂ। ਕਿਨੈ ਬੁਝਾਵਨ ਹਾਰੈ ਖਾਏ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਕਿਨੈ ਬੁੱਝਣ ਹਾਰੈ ਖਾਏ। ਬੁਝਾਵਨ ਹਾਰੈ ਪਾਠ ਨਹੀਂ ਹੈ, ਬੁੱਝਣ ਹਾਰੈ ਖਾਏ। ਕਿਸੇ ਕਹਿੰਦੇ ਕਿ ਬੁੱਝਣ ਵਾਲੇ ਨੇ ਹੀ ਉਹਨਾਂ ਨੂੰ ਖਾਣਾ ਕੀਤਾ, ਜਿਹੜੇ ਪਕਵਾਨ ਤਿਆਰ ਕੀਤੇ ਹੋਏ ਸਨ। ਭਾਈ ਫੋਨ ਬੰਦ ਕਰ ਲਓ, ਬਾਹਰ ਚਲੇ ਜਾਓ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਬਖਸ਼ਿਸ਼ ਕਰਦੇ ਨੇ। ਕਹਿੰਦਾ ਬੁੱਝਣ ਹਾਰੈ ਖਾਏ, ਕਹਿਣ ਲੱਗੇ ਹੈ ਪ੍ਰੇਮੀ ਜਨੋ, ਕਿਸੇ ਬੁੱਝਣ ਵਾਲੇ ਨੇ ਹੀ ਉਹਨਾਂ ਪਕਵਾਨਾਂ ਨੂੰ ਖਾਣਾ ਕੀਤਾ ਜਿਹੜੇ ਕਕੜੀਆਂ ਤਿਆਰ ਕੀਤੇ ਸਨ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਬੈਠ ਸਿੰਘ ਕਰ ਪਾਨ ਲਗਾਵੇ। ਫਿਰ ਕਹਿਣ ਲੱਗੇ ਕਿ ਸਿੰਘ ਜਿਹੜਾ ਸ਼ੇਰ ਹੈ ਆਪਣੀ ਗੁਫਾ ਦੇ ਵਿੱਚ ਬੈਠ ਕਰਕੇ ਆਪਣੇ ਘਰ ਦੇ ਜਿੱਥੇ ਨਿਵਾਸ ਵਾਲੀ ਜਗ੍ਹਾ ਥੀ ਉੱਥੇ ਬੈਠ ਕੇ ਤੇ ਪਾਨਾਂ ਦੇ ਬੀੜੇ ਲਗਾ ਰਿਹਾ ਸੀ। ਘੀਸ ਗਲੌਰੇ ਲਿਆਵੇ। ਤੇ ਫਿਰ ਸਾਧ ਸੰਗਤ ਜੀ ਘੀਸ, ਇਹ ਜਿਹੜੀ ਚੁਕੰਦਰ ਜਿਹਨੂੰ ਕਿਹਾ ਜਾਂਦਾ ਹੈ, ਚੂਈ ਤੋਂ ਵੱਡੇ ਆਕਾਰ ਦੀ ਹੁੰਦੀ ਹੈ, ਉਹ ਕਹਿੰਦੇ ਗਲੌਰੇ ਲਿਆ ਕਰਕੇ ਖਾਣ ਦੇ ਵਾਸਤੇ ਬਣਾ ਕਰਕੇ ਰੱਖ ਰਹੇ ਸੀ। ਘਰ ਘਰ ਮੁਸਰੀ ਮੰਗਲ ਗਾਵਹਿ। ਇਸ ਪ੍ਰਕਾਰ ਮੁਸਰੀ ਨਾਮ ਚੂਹੀਆਂ ਦਾ ਹੈ। ਕਹਿੰਦੇ ਚੂਹੀਆਂ ਜਿਹੜੀਆਂ ਘਰਾਂ ਵਿੱਚ ਜਾ ਕੇ ਮੰਗਲ ਗਾ ਰਹੀਆਂ ਸਨ, ਖੁਸ਼ੀਆਂ ਦੇ ਗੀਤ ਗਾ ਰਹੀਆਂ ਸਨ। ਕਛੂਆ ਸ਼ੰਖ ਵਜਾਵੇ। ਤੇ ਫਿਰ ਕਹਿੰਦੇ ਜਿਹੜਾ ਕਛੂਆ ਸੀ ਪਾਣੀ ਤੋਂ ਬਾਹਰ ਨਿਕਲ ਕੇ ਅਸੰਖ ਵਜਾਉਂਦਾ ਪਿਆ ਸੀ ਖੁਸ਼ੀਆਂ ਦੇ ਨਾਲ, ਕਿ ਕਹਿੰਦੇ ਕਿ ਬਾਂਝ ਦੇ ਪੁੱਤਰ ਦਾ ਵਿਆਹ ਹੈ, ਉਹਦੀ ਸ਼ਾਦੀ ਹੈ। ਇਸ ਕਰਕੇ ਕਛੂਆ ਜਿਹੜਾ ਸੀ ਉਹ ਸ਼ੰਖ ਲੈ ਕਰਕੇ ਉੱਚੀ ਉੱਚੀ ਨਾਦ ਪੂਰਦਾ ਪਿਆ ਸੀ। ਬੰਸ ਕੋ ਪੂਤ ਬਿਆਹਨ ਚੱਲਿਆ। ਇਹੋ ਕਹਿੰਦੇ ਹਨ ਕਿ ਜਿਹੜਾ ਬੰਸ ਕੋ ਪੂਤ, ਬਾਂਝ ਦਾ ਪੁੱਤਰ ਜਿਹੜਾ ਹੈ ਉਹ ਵਿਆਹਣ ਦੇ ਵਾਸਤੇ ਲੈ ਕੇ ਚੱਲੇ ਹਨ। ਜਿਸ ਇਸਤਰੀ ਦੇ ਘਰ ਵਿੱਚ ਪੁੱਤਰ ਪੈਦਾ ਨਹੀਂ ਹੋ ਸਕਦਾ, ਬਾਂਝ ਹੈ, ਤੇ ਸਾਧ ਸੰਗਤ ਜੀ ਉਹਦਾ ਪੁੱਤਰ ਦਾ ਕਹੀ ਜਾਵੇ ਕਿ ਵਿਆਹਣ ਦੇ ਵਾਸਤੇ ਚੱਲੇ ਆ, ਪੁੱਤਰ ਦਾ ਵਿਆਹ ਹੈ, ਸ਼ਾਦੀ ਹੈ, ਉਹ ਕੇਵਲ ਕਥਨ ਮਾਤਰ ਹੀ ਹੈ ਨਾ, ਸਤ ਨਹੀਂ ਹੈ। ਇਹੋ ਕਹਿੰਦੇ ਹਨ ਕਿ ਬਾਂਝਿਆਂ ਦਾ ਪੁੱਤਰ ਜਿਹੜਾ ਉਹਨੂੰ ਵਿਆਹਣ ਦੇ ਵਾਸਤੇ ਚੱਲੇ ਹਾਂ। ਸੋਏ ਨੇ ਮੰਡਪ ਛਾਏ। ਤੇ ਜਿਸ ਥਾਂ ਤੇ ਸੁਨਸਾਨ ਹੈ ਉੱਥੇ ਸੋਹਣੇ ਮੰਡਪ ਬਣਾ ਕਰਕੇ, ਬੜੇ ਸੋਹਣੇ ਐਨ ਸੋਨੇ ਦੇ ਮੰਡਪ ਸਜਾ ਕਰਕੇ ਤਿਆਰੀ ਕੀਤੀ ਗਈ ਹੈ। ਰੂਪ ਕੰਨਿਆ ਸੁੰਦਰ ਵੇਦੀ। ਤੇ ਫਿਰ ਕਹਿੰਦੇ ਹਨ ਕਿ ਜਿਹਦੇ ਨਾਲ ਬਾਂਝ ਦੇ ਪੁੱਤਰ ਦਾ ਵਿਆਹ ਕਰਨਾ ਨਾ, ਸ਼ਾਦੀ ਕਰਨੀ ਹੈ, ਉਹਦਾ ਰੂਪ ਬੜਾ ਸੋਹਣਾ, ਉਸ ਕੰਨਿਆ ਦਾ ਰੂਪ ਕੰਨਿਆ ਬੇਦੀ ਕੀਨੇ ਉਹਨੂੰ ਵਿੰਨ ਕਰਕੇ ਭਾਵ ਜੋ ਆਪਣੀ ਪਤਨੀ ਬਣਾ ਕਰਕੇ ਲਿਆਉਣਾ ਕੀਤਾ ਹੈ। ਸੱਸੈ ਸਿੰਘ ਗੁਣ ਗਾਏ। ਫਿਰ ਇਸੇ ਪ੍ਰਕਾਰ ਸੱਸੈ ਜਿਹੜਾ ਸਾਹ ਹੈ ਤੇ ਸਿੰਘ ਨਾਮ ਸ਼ੇਰ ਦਾ ਹੈ। ਕਹਿੰਦੇ ਸਾਹ ਤੇ ਸ਼ੇਰ ਮਿਲ ਕਰਕੇ ਬੜੇ ਗੁਣ ਗਾ ਰਹੇ ਨੇ, ਉੱਚੀ ਉੱਚੀ ਆਵਾਜ਼ਾਂ ਦੇ ਕਰਕੇ ਬੜੇ ਗੁਣ ਗਾ ਰਹੇ ਨੇ, ਖੁਸ਼ੀਆਂ ਦੇ ਗੀਤ ਗਾਉਂਦੇ ਹਨ। ਕਹਿਤ ਕਬੀਰ ਸੁਨ ਹੋ ਰੇ ਸੰਤ ਹੋ। ਭਗਤ ਕਬੀਰ ਸਾਹਿਬ ਜੀ ਹੁਣ ਸਮਾਪਤੀ ਦੀਆਂ ਪੰਕਤੀਆਂ ਵਿੱਚ ਨਿਚੋੜ ਕੱਢਦੀ ਹੈ ਸ਼ਬਦ ਦੇ ਅਖੀਰਲੀਆਂ ਤੁਕਾਂ ਦੇ ਵਿੱਚ। ਕਹਿੰਦੇ ਹੈ ਸਤਿਪੁਰਸ਼ੋ ਇਹ ਸੁਣਨਾ ਕਰੋ। ਐ ਸਤਿਪੁਰਸ਼ੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨੋ ਇਹ ਬਚਨ ਸੁਣਨਾ ਕਰੋ। ਕੀਟੀ ਪਰਬਤ ਖਾਇਆ। ਕਹਿੰਦੇ ਹਨ ਕਿ ਜਿਹੜੀ ਕੀੜੀ ਸੀ ਨਾ ਉਹਨੇ ਪਹਾੜ ਹੀ ਖਾ ਲਿਆ। ਜਦੋਂ ਬਾਂਝ ਦੇ ਪੁੱਤਰ ਦਾ ਵਿਆਹ ਕਰਨ ਦੇ ਵਾਸਤੇ ਜਾ ਰਹੇ ਤੇ ਬੜਾ ਵੱਡਾ ਪਹਾੜ ਅੱਗੇ ਆ ਗਿਆ, ਪਾਰ ਨਹੀਂ ਸੀ ਹੋਇਆ ਜਾ ਰਿਹਾ, ਤੇ ਕੀੜੀ ਕਹਿੰਦੀ ਸਾਰੇ ਪਿੱਛੇ ਹਟ ਜਾਓ, ਮੈਂ ਇਹਨੂੰ ਖਾ ਜਾਂਦੀ ਆ। ਤੇ ਫਿਰ ਉਹ ਕੀੜੀ ਨੇ ਕਹਿੰਦੇ ਉਹ ਪਹਾੜ ਨੂੰ ਖਾ ਲਿਆ
ਜਦੋਂ ਰਸਤੇ ਵਿੱਚ ਬੜਾ ਵੱਡਾ ਅਟਕਣ ਬਣ ਚੁੱਕੀ ਸੀ। ਕਛੂਆ ਕਹੈ ਅੰਗਾਰ ਪੇ ਲੋਰਵ। ਤੇ ਜਦੋਂ ਪਹਾੜ ਤੋਂ ਪਾਰ ਹੋਏ ਤੇ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਸਰਦੀ ਲੱਗਣ ਲੱਗ ਪਈ, ਠੰਡ ਲੱਗਣ ਲੱਗ ਪਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਛੂਆ ਜਿਹੜਾ ਪਾਣੀ ਚੋਂ ਬਾਹਰ ਨਿਕਲ ਕੇ ਆਇਆ, ਕਹਿੰਦਾ ਕਿ ਜੇ ਤੁਹਾਨੂੰ ਅੰਗਾਰਾਂ ਦੀ ਲੋੜ ਹੈ, ਅੱਗ ਦੀ ਲੋੜ ਹੈ, ਅੱਗ ਸੇਕਣ ਦੇ ਵਾਸਤੇ ਮੈਂ ਅੰਗਾਰ ਲੈ ਕੇ ਆਵਾਂ, ਤੁਹਾਡੇ ਵਾਸਤੇ ਕੋਇਲੇ ਜਿਹੜੇ ਅੰਗਾਰ ਲੈ ਕੇ ਆਵਾਂ ਜੇ ਤੁਹਾਨੂੰ ਲੋੜ ਹੈ। ਕਛੂਆ ਕਹੈ ਅੰਗਾਰ ਪੇ ਲੋੜੋ, ਜੇ ਤੁਹਾਨੂੰ ਲੋੜ ਹੈ ਤੇ ਮੈਂ ਹੁਣੇ ਪਾਣੀ ਦੇ ਵਿੱਚੋਂ ਅੰਗਾਰ ਕੱਢ ਕੇ ਲੈ ਕੇ ਆਉਂਦਾ ਹਾਂ। ਇਹ ਤਾਂ ਸਾਧ ਸੰਗਤ ਜੀ ਕਥਨ ਮਾਤਰ ਹੀ ਹੈ ਨਾ, ਪਾਣੀ ਵਿੱਚ ਤਾਂ ਅੰਗਾਰ ਨਹੀਂ ਨਾ ਪ੍ਰਗਟ ਹੋ ਸਕਦੇ। ਪਾਣੀ ਤਾਂ ਅੱਗ ਨੂੰ ਬੁਝਾ ਦਿੰਦਾ ਹੈ, ਸ਼ਾਂਤ ਕਰ ਦਿੰਦਾ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਛੂ ਪਾਣੀ ਦੇ ਵਿੱਚੋਂ ਨਿਕਲਿਆ। ਕਹੀ ਜਾ ਰਿਹਾ ਕਿ ਤੁਹਾਨੂੰ ਜੇ ਠੰਡ ਲੱਗ ਰਹੀ ਹੈ ਤੇ ਤੁਹਾਨੂੰ ਸੇਕ ਦੇ ਵਾਸਤੇ, ਜੋ ਇਹ ਗਰਮੈਸ਼ ਲੈਣ ਦੇ ਵਾਸਤੇ ਤੁਹਾਨੂੰ ਜੇ ਅੰਗਾਰਾਂ ਦੀ ਲੋੜ ਆ ਤੇ ਮੈਂ ਹੁਣੇ ਹੀ ਲੈ ਕੇ ਆਉਂਦਾ ਹਾਂ। ਲੋਕੀ ਸ਼ਬਦ ਸੁਨਾਇਆ। ਤੇ ਲੋਕੀ ਛੋਟੇ ਜਿਹੇ ਸਾਧ ਸੰਗਤ ਜੀ ਆਕਾਰ ਦੀ ਹੁੰਦੀ ਹੈ, ਜੋ ਕੰਨ ਦੇ ਵਿੱਚ ਐ ਚਿਰੜ ਚਿਰੜ ਕਰਕੇ ਆਵਾਜ਼ ਕਰਦੀ, ਛੋਟੇ ਜਿਹੇ ਆਕਾਰ ਦੀ ਕੀੜੀ ਹੈ। ਔਰ ਇਸ ਪ੍ਰਕਾਰ ਕਹਿੰਦੇ ਹਨ ਲੋਕੀ ਸ਼ਬਦ ਸੁਣਾਇਆ। ਤੇ ਲੋਕੀ ਨਾਮ ਢੋਰੇ ਦਾ ਵੀ ਹੈ, ਜਿਹੜੀ ਦਾਲਾਂ ਨੂੰ ਢੋਰਾ ਲੱਗਾ ਹੁੰਦਾ, ਇਦਾਂ ਛੋਟੇ ਜਿਹੇ ਆਕਾਰ ਦਾ ਇੱਕ ਕੀੜਾ ਹੁੰਦਾ। ਉਹਨੇ ਕਹਿੰਦੇ ਸ਼ਬਦ ਸੁਣਾਇਆ, ਖੁਸ਼ੀਆਂ ਦੇ ਸ਼ਬਦ ਸੁਣਾਏ ਹਨ ਸਾਰਿਆਂ ਦੇ ਕੰਨਾਂ ਦੇ ਕੋਲ ਜਾ ਕਰਕੇ ਕਿ ਵਾਂਝ ਦੇ ਪੁੱਤਰ ਦਾ ਵਿਆਹ ਹੋ ਗਿਆ ਤੇ ਕੀੜੀ ਨੇ ਰਸਤੇ ਵਿੱਚੋਂ ਪਰਬਤ ਖਾ ਲਿਆ। ਤੇ ਜਿਹੜਾ ਭੈਂਸਾ ਸੰਢਾ ਸੀ ਨਾ, ਝੋਟਾ ਸੀ, ਉਹ ਭਗਤੀ ਦੇ ਉਪਦੇਸ਼ ਦੇਂਦਾ ਪਿਆ ਸੀ। ਇਦਾਂ ਕਹਿੰਦੇ ਸਾਰਿਆਂ ਦੇ ਕੰਨਾਂ ਵਿੱਚ ਜਾ ਕੇ ਉਹਨੇ ਸੁਣਾਇਆ। ਤੇ ਭਗਤ ਕਬੀਰ ਸਾਹਿਬ ਜੀ ਨੇ ਜਦੋਂ ਇਹ ਉਚਾਰਨ ਕੀਤਾ ਤੇ ਸਾਰੇ ਸੁਣ ਕੇ ਬੜਾ ਹੈਰਾਨ ਹੋਏ ਨੇ। ਭਗਤ ਜੀ ਕਹਿਣ ਲੱਗੇ ਪ੍ਰੇਮੀ ਜਨੋ ਕੀ ਇਹ ਸੱਚ ਹੈ? ਇਹ ਜੋ ਕੁਝ ਅਸੀਂ ਕਥਨ ਕੀਤਾ ਇਹਨੂੰ ਸੱਚ ਮੰਨਦੇ ਹੋ? ਕਹਿੰਦੇ ਮਹਾਰਾਜ ਨੇ ਇਹ ਤਾਂ ਕੇਵਲ ਕਹਿਣੇ ਮਾਤਰ ਹੀ ਹੈ, ਇਹ ਤਾਂ ਸਾਰਾ ਕੁਝ ਝੂਠ ਹੈ। ਕਹਿਣ ਲੱਗੇ ਜਿਹੜਾ ਤੁਸੀਂ ਸਵਾਲ ਕੀਤਾ ਸੀ ਨਾ ਕਿ ਸੰਸਾਰ ਸੱਚਾ ਹੈ ਕਿ ਝੂਠਾ ਹੈ, ਇਹ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਹੈ। ਜਿਵੇਂ ਇਹ ਸਾਰਾ ਕੁਝ ਕਹਿਣੇ ਮਾਤਰ, ਇਸੇ ਪ੍ਰਕਾਰ ਸੰਸਾਰ ਦੇ ਅੰਦਰ ਭਾਵੇਂ ਜਿੰਨੇ ਮਰਜ਼ੀ ਕੋਈ ਡਿੰਗਾ ਮਾਰੀ ਜਾਵੇ ਹੰਕਾਰ ਦੇ ਨਸ਼ੇ ਵਿੱਚ, ਉਹ ਜਾਣੋ ਕਿ ਕੇਵਲ ਤਾਂ ਕੇਵਲ ਕਹਿਣੇ ਮਾਤਰ ਹੈ, ਸਦਾ ਰਹਿਣ ਵਾਲਾ ਨਹੀਂ ਹੈ ਸੰਸਾਰ। ਜੋ ਕੁਝ ਵੀ ਨਜ਼ਰ ਆਉਂਦਾ ਹੈ ਸਰੀਰ ਕਰਕੇ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਬਣਦਾ। ਇਹ ਸਾਧ ਸੰਗਤ ਜੀ ਬਾਹਜ ਭਾਵ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਇਸੇ ਹੀ ਸ਼ਬਦ ਦੇ ਅੰਦਰ ਜੋ ਅੰਤਰੀਵ ਅਰਥਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਹਜੂਰ ਭਗਤ ਰਸਨਾ ਦੁਆਰਾ ਬਖਸ਼ਿਸ਼ ਕਰਦੇ ਹੈ। ਫਿਰ ਪ੍ਰਾਰੰਭ ਤੋਂ ਪੜੋ ਜੀ। ਹੀਲ ਰਬਾਬੀ ਬਲਦ ਪਖਾਵਜ। ਬੇਨਤੀ ਹੈ ਸਾਧ ਸੰਗਤ ਜੀ, ਅਰਥ ਮਹਿੰਗੇ ਹਨ, ਥੋੜਾ ਧਿਆਨ ਦੇ ਨਾਲ ਜੇ ਸੁਣਾਂਗੇ ਤਾਂ ਫਿਰ ਸਮਝ ਜ਼ਰੂਰ ਪਾਵੇਗੀ। ਨਹੀਂ ਤਾਂ ਇਹੋ ਹੀ ਹੈ, ਮਨ ਵਿੱਚ ਪ੍ਰਤੀਤ ਹੋਵੇਗਾ ਕਿ ਪਤਾ ਨਹੀਂ ਕੀ ਇਹ ਬੋਲੀ ਜਾ ਰਹੇ ਹਨ। ਸਾਧ ਸੰਗਤ ਜੀ ਅਰਥ ਜਿਹੜੇ ਮਹਿੰਗੇ ਅੰਤਰੀਵ ਭਾਵ ਦੇ ਵਿੱਚ ਅਰਥ ਹਨ, ਉਹਨਾਂ ਨੂੰ ਬੜੇ ਧਿਆਨ ਦੇ ਨਾਲ ਸਰਵਣ ਕਰਨਾ ਪੈਂਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ ਨੇ, ਫੀਲ ਰਬਾਬੀ ਬਲਦ ਪਖਾਵਜ। ਫੀਲ ਨਾਮ ਹਾਥੀ ਦੀ ਤਰ੍ਹਾਂ ਹੈ, ਤੇ ਜਿਹੜਾ ਹੰਕਾਰ ਦੇ ਵਿੱਚ ਫੈਲਿਆ ਹੋਇਆ ਮਨ, ਜਿਹੜਾ ਮਨ ਰੂਪੀ ਹਾਥੀ ਹੈ ਨਾ, ਕਿਸੇ ਦਾ ਮੰਨਦਾ ਨਹੀਂ ਹੈ। ਜਦੋਂ ਸਾਧ ਸੰਗਤ ਜੀ ਹਾਥੀ ਜਦੋਂ ਵਿਗੜ ਜਾਂਦਾ ਹੈ ਨਾ, ਮੁਹਾਵਰ ਦੇ ਵੀ ਆਖੇ ਨਹੀਂ ਲੱਗਦਾ, ਤੇ ਫਿਰ ਉਹ ਉਜਾੜ ਕਰਨਾ ਸ਼ੁਰੂ ਕਰ ਦਿੰਦਾ ਹੈ। ਤੇ ਹੰਕਾਰੀ ਮਨ ਰੂਪੀ ਜਿਹੜਾ ਹਾਥੀ ਹੈ ਨਾ, ਸ਼ੁਭ ਗੁਣਾ ਰੂਪੀ ਵਾੜੀਆਂ ਨੂੰ ਉਜਾੜਨ ਲੱਗ ਪੈਂਦਾ ਜਦੋਂ ਹੰਕਾਰ ਦੇ ਨਸ਼ੇ ਵਿੱਚ ਆਉਂਦਾ। ਮਹਾਰਾਜ ਕਹਿੰਦੇ ਹਨ ਫੀਲ ਰਬਾਬੀ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਪ੍ਰਾਪਤ ਹੋਇਆ, ਜਦੋਂ ਇਸ ਮਨ ਨੂੰ ਚੰਗੀ ਸਿੱਖਿਆ ਮਿਲ ਜਾਂਦੀ ਹੈ ਨਾ, ਫਿਰ ਸਾਧ ਸੰਗਤ ਜੀ ਇਹ ਰੱਬ ਦਾ ਆਬੀ ਬਣ ਜਾਂਦਾ, ਪ੍ਰੇਮੀ ਬਣ ਜਾਂਦਾ। ਰਬਾਬੀ ਰੱਬ ਆਬੀ, ਰੱਬ ਦਾ ਪ੍ਰੇਮੀ ਬਣ ਗਿਆ। ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਧਾਰਨ ਕਰ ਲਿਆ। ਉਹ ਹੀ ਮਨ ਰੂਪੀ ਹਾਥੀ ਫਿਰ ਪਰਮਾਤਮਾ ਦੇ ਗੁਣ ਗਾਉਣ ਲੱਗ ਪਿਆ ਹੈ। ਫਿਰ ਇਸ ਪ੍ਰਕਾਰ ਕਹਿੰਦੇ ਹਨ ਬਲਦ ਪਖਾਵਜ। ਬਲਦ ਦੀ ਤਰ੍ਹਾਂ ਜਿਹੜਾ ਇਹ ਮਨ ਬੜਾ ਹੀ ਬਹੁਤ ਆਲਸੀ ਸੀਗਾ, ਬੜਾ ਆਲਸ ਕਰਦਾ, ਸਹਿਜੇ ਸਹਿਜੇ ਚੱਲਦਾ ਸੀ ਔਰ ਸੰਸਾਰ ਦੇ ਵੱਲ ਬੜੀ ਤੇਜ਼ੀ ਦੇ ਨਾਲ ਚੱਲਦਾ ਸੀ। ਪਰ ਜਦੋਂ ਮਹਾਰਾਜ ਸਾਹਿਬ ਜੀ ਤੋਂ ਉਪਦੇਸ਼ ਪ੍ਰਾਪਤ ਹੋਇਆ, ਫਿਰ ਤਿਨਾਂ ਦੇ ਹਿਰਦੇ ਅੰਦਰ ਮਹਾਰਾਜ ਕਹਿੰਦੇ ਮਨ ਰੂਪੀ ਜਿਹੜਾ ਬਲਦ ਹੈ ਪਖਾਵਜ, ਪੱਖ ਆਵਜ, ਪਰਮੇਸ਼ਰ ਦਾ ਪੱਖ ਕਰਨ ਲੱਗ ਪਿਆ। ਪਹਿਲਾਂ ਸੰਸਾਰ ਦਾ ਪੱਖ ਕਰਦਾ ਸੀ, ਪਹਿਲਾਂ ਸੰਸਾਰ ਦੇ ਪੱਖ ਦੇ ਵਿੱਚ ਆਇਆ ਹੋਇਆ ਸੀ,
ਪਰ ਜਦੋਂ ਉਪਦੇਸ਼ ਪ੍ਰਾਪਤ ਹੋਇਆ ਬਲਦ ਪਖਾਵਜ, ਇਹ ਮਨ ਰੂਪੀ ਬਲਦ ਨੇ ਪ੍ਰਮਾਤਮਾ ਦੇ ਪੱਖ ਦੇ ਵਿੱਚ ਆ ਜਾਣਾ ਕੀਤਾ। ਕਊਆ ਤਾਲ ਬਜਾਵੇ, ਤੇ ਜਿਹੜੀ ਬੁੱਧ ਰੂਪੀ ਕਊਆ ਹੈ ਸਾਧ ਸੰਗਤ ਜੀ, ਇਹ ਅਕਾਲ ਪੁਰਖ ਪ੍ਰਮਾਤਮਾ ਦੇ ਤਾਲ ਜਸ ਉਚਾਰਨ ਕਰ ਲੱਗ ਪਈ ਹੈ। ਬੁੱਧੀ ਪਹਿਲਾਂ ਬੜੀ ਚੰਚਲ ਸੀ, ਸੰਸਾਰ ਦੇ ਕਦੇ ਕਿਸੇ ਦੀ ਜੋ ਨਿੰਦਿਆ, ਕਦੇ ਕਿਸੇ ਦੀ ਖੁਸ਼ਾਮਦ ਕਰ ਲਈ, ਪਰ ਕਊਆ ਤਾਲ ਬਜਾਵੇ। ਕਹਿੰਦੇ ਹਨ ਕਿ ਬੁੱਧ ਰੂਪ ਜਿਹੜਾ ਕਊਆ ਹੈ, ਇਸ ਨੇ ਫਿਰ ਪ੍ਰਮਾਤਮਾ ਦਾ ਜਸ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਰ ਚੋਲਨਾ ਗਦਹਾ ਨਾਚੈ, ਔਰ ਗਧੇ ਦੀ ਤਰ੍ਹਾਂ ਜਿਹੜਾ ਹਿੰਗਾ ਹੀ ਮਾਰਦਾ ਰਹਿੰਦਾ ਸੀ ਮਨ ਰੂਪੀ ਗਧਾ, ਫਿਰ ਇਸ ਨੇ ਪ੍ਰੇਮ ਰੂਪੀ ਚੋਲੜਾ ਪਾ ਕੇ ਤੇ ਅਕਾਲ ਪੁਰਖ ਪ੍ਰਮਾਤਮਾ ਦਾ ਜਸ ਗਾਉਣਾ ਸ਼ੁਰੂ ਕਰ ਦਿੱਤਾ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਭਗਤੀ ਰੂਪ ਨਾਚ ਨਿਰਤਕਾਰੀਆਂ ਕਰਨ ਲੱਗ ਪਿਆ ਹੈ। ਐਸਾ ਭਗਤ ਕਰਾਵੇ, ਔਰ ਫਿਰ ਇਹੋ ਜਿਹੜਾ ਮਨ ਕਦੇ ਵੀ ਪ੍ਰਮਾਤਮਾ ਦਾ ਭੈ ਨਹੀਂ ਸੀ ਕਰਦਾ, ਪੈਸਾ ਭੈ ਦੇ ਸਹਿਤ ਹੋ ਕੇ ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਦੀਆਂ ਗੱਲਾਂ ਕਰਦਾ ਹੈ। ਭੈ ਦੇ ਸਹਿਤ ਹੋ ਕੇ ਭਗਤ ਕਰਾਵੇ, ਆਪ ਵੀ ਭਗਤੀ ਕਰਦਾ ਹੈ ਅਤੇ ਹੋਰ ਵੀ ਜੀਵਾਂ ਦਾ ਭਲਾ ਕਰਨ ਵਾਸਤੇ ਤਿਨਾਂ ਤੋਂ ਭਗਤੀ ਕਰਵਾਉਂਦਾ ਹੈ। ਕਿਉਂਕਿ ਜਦੋਂ ਮਨ ਆਪ ਸੁਚੇਤ ਹੋ ਜਾਂਦਾ ਹੈ, ਮਨ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਕਦੇ ਭਲਾ ਨਹੀਂ ਹੋ ਸਕਦਾ, ਪ੍ਰਮਾਤਮਾ ਦੀ ਸੇਵਾ ਸਿਮਰਨ ਤੋਂ ਬਿਨਾਂ, ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਕਦੇ ਮੁਕਤ ਨਹੀਂ ਹੋ ਸਕੀਦਾ, ਜੀਵਨ ਨਹੀਂ ਸਫਲਾ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਦੋਂ ਤੱਕ ਸੰਸਾਰ ਦੇ ਅੰਦਰ ਹੀ ਵਿਚਰਦਾ ਰਹਿੰਦਾ ਜਦੋਂ ਤੱਕ ਸਮਝ ਨਹੀਂ ਹੁੰਦੀ, ਪਰ ਜਦੋਂ ਸਮਝ ਆ ਜਾਂਦੀ ਹੈ ਫਿਰ ਆਪ ਵੀ ਭਗਤੀ ਕਰਦਾ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰ ਕਰਕੇ ਭਗਤੀ ਕਰਵਾਉਂਦਾ ਹੈ। ਆਪ ਜਪੈ ਅਵਰਹ ਨਾਮ ਜਪਾਵੈ, ਸੁਨਤ ਕਹਿਤ ਰਹਿਤ ਗਤ ਪਾਵੈ। ਫਿਰ ਇਦਾਂ ਦੀ ਅਵਸਥਾ ਜੀਵ ਨੂੰ ਪ੍ਰਾਪਤ ਹੁੰਦੀ ਹੈ। ਤੇ ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਪੈਸਾ ਭਗਤ ਕਰਾਵੈ। ਜਦੋਂ ਇਹ ਮਨ ਭੈ ਦੇ ਸਹਿਤ ਹੋ ਗਿਆ ਤੇ ਫਿਰ ਹੋਰਨਾਂ ਤੋਂ ਵੀ ਭਗਤੀ ਕਰਵਾਉਂਦਾ ਹੈ। ਰਾਜਾ ਰਾਮ ਕਕਰੀਆ ਬਰੇ ਪਕਾਏ, ਕਹਿੰਦੇ ਹਨ ਕਿ ਜਿਹੜਾ ਰਾਜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਕਾਸ਼ ਸਰੂਪ ਰਮਿਆ ਹੋਇਆ ਪ੍ਰਮਾਤਮਾ ਹੈ, ਹਜੂਰ ਕਹਿੰਦੇ ਉਸ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਵਾਸਤੇ ਗੁਰਮੁਖ ਪਿਆਰਿਆਂ ਨੇ ਕਕੜੀਆਂ ਪਕਾਉਣ ਦੀ ਤਰ੍ਹਾਂ ਨਿਸ਼ਕਾਮ ਕਰਮਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀਵਨ ਦੇ ਅੰਦਰ ਜਿਹੜੇ ਨਖਿੱਧ ਕਰਮ ਹਨ, ਸਕਾਮ ਕਰਮਾਂ ਰੂਪੀ ਕਕੜੀਆਂ ਨੂੰ ਛੱਡ ਕਰਕੇ ਅਕਾਲ ਪੁਰਖ ਪਰਮੇਸ਼ਰ ਦੇ ਨਿਸ਼ਕਾਮ ਕਰਮਾਂ ਨੂੰ ਕਰਨਾ ਸ਼ੁਰੂ ਕੀਤਾ ਹੈ। ਕਿਨੈ ਬੂਝਨ ਹਾਰੈ ਖਾਏ, ਪਰ ਨਿਸ਼ਕਾਮ ਕਰਮ ਕਰਕੇ ਪ੍ਰਮਾਤਮਾ ਦੇ ਸਰੂਪ ਦਾ ਆਨੰਦ, ਵਾਹਿਗੁਰੂ ਜੀ ਦੇ ਨਾਮ ਦਾ ਰਸ ਕਿਸੇ ਵਿਰਲੇ ਨੇ ਹੀ ਛਕਿਆ ਹੈ, ਰਸ ਨੂੰ ਮਾਣਿਆ ਹੈ। ਕਿੰਨਾ ਨੇ? ਕਿਨੈ ਬੂਝਨ ਹਾਰੈ, ਜਿਨ੍ਹਾਂ ਨੇ ਬੁੱਝਿਆ ਹੈ, ਸਮਝਿਆ ਹੈ ਕਿ ਇਹ ਮਹਾਰਾਜ ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰਿ ਕਾ ਨਾਉ। ਮਹਾਰਾਜ ਤੁਹਾਡੀ ਅੰਮ੍ਰਿਤਮਈ ਬਾਣੀ ਵੀ ਆਤਮਿਕ ਰਸ ਦੇਣ ਵਾਲੀ ਹੈ, ਤੁਹਾਡਾ ਨਾਮ ਵੀ ਅੰਮ੍ਰਿਤਮਈ ਹੈ। ਮਹਾਰਾਜ ਤੁਹਾਡਾ ਉਪਦੇਸ਼ ਵੀ ਅੰਮ੍ਰਿਤ ਵਰਗਾ ਮਹਾਰਾਜ ਰਸ ਭਰਿਆ। ਜਿਨ੍ਹਾਂ ਨੇ ਇਸ ਤੱਤ ਨੂੰ ਬੁੱਝ ਲਿਆ, ਸਤਿਗੁਰੂ ਜੀ ਕਹਿੰਦੇ ਹਨ ਤਿਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਚਖਿਆ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਭੋਜਨ ਨੂੰ ਛਕ ਲਿਆ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਬਖਸ਼ਿਸ਼ ਕਰਦੇ ਹਨ। ਬੈਠ ਸਿੰਘ ਘਰ ਪਾਨ ਲਗਾਵੇ, ਹਜੂਰ ਕਹਿੰਦੇ ਜਿਹੜਾ ਮਨ ਰੂਪੀ ਸ਼ੇਰ ਹੈ ਨਾ, ਬੜਾ ਗਰਜਦਾ ਸੀਗਾ ਹੰਕਾਰ ਦੇ ਕਰਕੇ। ਹੰਕਾਰ ਰੂਪੀ ਸ਼ੇਰ ਬੜਾ ਅੰਦਰ ਜੀਵ ਦੇ ਗਰਜਾਂ ਪਾਉਂਦਾ ਸੀ, ਬੜਾ ਐਨ ਉੱਚੀ ਉੱਚੀ ਗਰਜਵੇਂ ਆਵਾਜ਼ਾਂ ਕੱਢਦਾ ਸੀ ਹੰਕਾਰ ਦੇ ਵਿੱਚ। ਪਰ ਮਹਾਰਾਜ ਕਹਿੰਦੇ ਜਦੋਂ ਉਪਦੇਸ਼ ਪ੍ਰਾਪਤ ਹੋਇਆ ਸਤਿਗੁਰੂ ਜੀ ਦਾ, ਬੈਠ ਸਿੰਘ ਘਰ ਪਾਨ ਲਗਾਵੇ, ਹਿਰਦੇ ਰੂਪ ਘਰ ਦੇ ਵਿੱਚ ਕਹਿੰਦੇ ਹਨ ਕਿ ਜਿਹੜਾ ਮਨ ਰੂਪੀ ਸ਼ੇਰ ਹੰਕਾਰ ਵਿੱਚ ਗਰਜਦਾ ਸੀਗਾ, ਹੁਣ ਨਿਮਰਤਾ ਰੂਪ ਘਰ ਦੇ ਵਿੱਚ ਬੈਠ ਕਰਕੇ ਹੁਣ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਹਾਵਾਕਾ ਰੂਪੀ ਪਾਨਾਂ ਦੇ ਬੀੜੇ ਲਗਾਉਂਦਾ ਹੈ। ਮਹਾਰਾਜ ਕਹਿੰਦੇ ਹੁਣ ਪ੍ਰਮਾਤਮਾ ਦੇ ਮਹਾਵਾਕ ਸ਼ਬਦ ਰੂਪੀ ਮਹਾਵਾਕਾਂ ਦੇ ਬੀੜੇ ਲਗਾਉਂਦਾ ਹੈ, ਆਪਣੇ ਮੁਖ ਤੋਂ ਪਰਮੇਸ਼ਰ ਦਾ ਹੀ ਜਸ ਗਾਉਂਦਾ ਹੈ। ਕੀਸ ਗਲੌਰੇ ਲਿਆਵੇ, ਔਰ ਇਸ ਪ੍ਰਕਾਰ ਕਹਿੰਦੇ ਹਨ ਕਿ ਜਿਹੜੀ ਬੁੱਧੀ ਰੂਪ ਕੀਸ ਹੈ ਨਾ, ਇਹ ਗਲੌਰੇ ਗੱਲ ਔਰੇ ਹੋਰ ਹੀ ਪਹਿਲਾਂ ਗੱਲਾਂ ਬਾਤਾਂ ਲੈ ਕਰਕੇ ਆਉਂਦੀ ਸੀ, ਹੋਰ ਹੀ ਸੰਸਾਰ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਪਰ ਹੁਣ ਤਾਂ ਮਹਾਰਾਜ ਕਹਿੰਦੇ ਗੱਲ ਔਰੇ ਜਿਹੜੀ ਮੰਨਣ ਵਾਲੀ ਗੱਲ ਹੈ,
ਸਤਿਗੁਰੂ ਜੀ ਦੀ ਮੰਨਣ ਵਾਲੀ ਸਿੱਖਿਆ ਉਹਨੂੰ ਹੀ ਪਕੜ ਕਰ ਕਰਕੇ ਲੈ ਕੇ ਆਉਂਦੀ ਹੈ। ਨਹੀਂ ਤਾਂ ਮਨੁੱਖ ਦੀ ਜਦੋਂ ਤੱਕ ਮਲੀਨ ਬੁੱਧੀ ਹੁੰਦੀ ਹੈ ਨਾ, ਉਹ ਮਲੀਨ ਸੰਸਕਾਰਾਂ ਦੀ ਪਕੜ ਕਰਦੀ ਹੈ। ਜਦੋਂ ਤੱਕ ਮਨੁੱਖ ਦੀ ਬੁੱਧੀ ਵਿੱਚ ਮੈਲ ਹੁੰਦੀ ਹੈ ਸਾਧ ਸੰਗਤ ਜੀ, ਉਦੋਂ ਤੱਕ ਮਾੜੇ ਸੰਸਕਾਰਾਂ ਦੀ ਪਕੜ ਕਰਦੀ ਹੈ, ਮਾੜੇ ਔਗਣਾਂ ਦੀ ਪਕੜ ਕਰਦੀ ਹੈ, ਮਾੜੀ ਸੰਗਤ ਦੇ ਵਿੱਚ ਬੜਾ ਜਾ ਕਰਕੇ ਖੁੱਬਦੀ ਉਹਦੀ ਪਕੜ ਕਰਦੀ ਹੈ। ਤੇ ਜਦੋਂ ਮਨੁੱਖ ਦੀ ਬੁੱਧੀ ਸ਼ੁੱਧ ਹੋ ਜਾਂਦੀ ਹੈ ਨਾ, ਮੈਲ ਤੋਂ ਰਹਿਤ ਹੋ ਜਾਂਦੀ ਹੈ, ਤਦੋਂ ਫਿਰ ਸਾਧ ਸੰਗਤ ਜੀ ਚੰਗੇ ਪਦਾਰਥਾਂ ਦੀ, ਚੰਗੀਆਂ ਗੱਲਾਂ ਦੀ, ਚੰਗੇ ਉਪਦੇਸ਼ ਦੀ, ਚੰਗੀਆਂ ਵਿਚਾਰਾਂ ਦੀ, ਚੰਗੀ ਸੰਗਤ ਦੀ, ਚੰਗੇ ਗੁਣਾਂ ਦੀ ਪਕੜ ਕਰਨ ਲੱਗ ਪੈਂਦੀ ਹੈ ਜਦੋਂ ਬੁੱਧੀ ਸ਼ੁੱਧ ਹੋ ਜਾਂਦੀ ਹੈ। ਤੇ ਹਜੂਰ ਕਹਿੰਦੇ ਘੀਸ ਗਲੌਰੇ ਲਿਆਵੈ, ਕਹਿੰਦੇ ਜਿਹੜੇ ਇਹ ਬੁੱਧੀ ਰੂਪ ਘੀਸੇ ਆ ਨਾ, ਇਹ ਸਾਧ ਸੰਗਤ ਜੀ ਇਹ ਹੁਣ ਚੰਗੀਆਂ ਗੱਲਾਂ ਦੀ ਪਕੜ ਕਰਕੇ ਲਿਆਉਣ ਲੱਗ ਪਈ ਹੈ, ਚੰਗੀ ਮਹਾਰਾਜ ਜੀ ਦੀ ਸਿੱਖਿਆ ਧਾਰਨ ਕਰਨ ਲੱਗ ਪਈ ਹੈ। ਘਰ ਘਰ ਮੁਸਰੀ ਮੰਗਲ ਗਾਵਹਿ। ਫਿਰ ਹੁਣ ਕਹਿੰਦੇ ਹਨ ਘਰ, ਹਿਰਦੇ ਰੂਪ ਘਰ ਦੇ ਅੰਦਰ, ਇਹ ਸਰੀਰ ਵੀ ਇੱਕ ਘਰ ਹੈ, ਇਹਦੇ ਅੰਦਰ ਮਹਾਰਾਜ ਕਹਿੰਦੇ ਘਰ ਦੂਜਾ ਘਰ ਜਿਹੜਾ ਇਹ ਅੰਦਰ ਅੰਧਸ਼ਕਰਨ ਰੂਪੀ ਹਿਰਦਾ ਰੂਪੀ ਘਰ ਹੈ। ਮਹਾਰਾਜ ਕਹਿੰਦੇ ਇਹਦੇ ਅੰਦਰ ਮੁਸਰੀ ਕੀ ਹੈ? ਚੂਹੀਆਂ। ਸਾਧ ਸੰਗਤ ਜੀ ਇੰਦਰੀਆਂ ਰੂਪੀ ਚੂਹੀਆਂ ਹੁਣ ਪਰਮਾਤਮਾ ਦੇ ਮੰਗਲ ਗਾਉਣ ਲੱਗ ਪਈਆਂ ਹਨ। ਘਰ ਘਰ ਮੁਸਰੀ ਮੰਗਲ ਗਾਵੈ। ਜਿਵੇਂ ਚੂਹੀਆਂ ਕਹਿੰਦੇ ਕਿ ਘਰਾਂ ਘਰਾਂ ਵਿੱਚ ਜਾ ਕੇ ਮੰਗਲ ਗਾਉਂਦੇ ਸਨ, ਖੁਸ਼ੀਆਂ ਦੇ ਗੀਤ ਗਾਉਂਦੀ ਹੈ, ਇਸੇ ਤਰ੍ਹਾਂ ਇੰਦਰੀਆਂ ਰੂਪ ਚੂਹੀਆਂ ਵੀ ਕਹਿੰਦੇ ਹਨ ਕਿ ਹੁਣ ਪਰਮਾਤਮਾ ਦੇ ਖੁਸ਼ੀਆਂ ਦੇ ਮੰਗਲ ਗਾ ਰਹੀਆਂ ਹਨ। ਨੇਤਰ ਸਤਿਗੁਰਾਂ ਦੇ ਦੀਦਾਰ ਕਰਦੇ ਆ, ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਆ, ਕੰਨਾਂ ਦੇ ਨਾਲ ਜਲ ਸਰਵਣ ਕਰਦੇ ਨੇ, ਹੱਥਾਂ ਦੇ ਨਾਲ ਟਹਿਲ, ਪੈਰਾਂ ਦੇ ਨਾਲ ਕਦਮ ਕਦਮ ਚੱਲ ਕੇ ਗੁਰੂ ਚਰਨਾਂ ਵਿੱਚ ਆਉਂਦੇ। ਇਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਮਣੀ ਸੁਨਣਾ ਗੁਰ ਨਾਉ। ਐਸੀ ਅਵਸਥਾ ਕਹਿੰਦੇ ਜੀਵਨ ਦੇ ਵਿੱਚ ਪ੍ਰਾਪਤ ਹੋ ਗਈ ਹੈ। ਜਦੋਂ ਗਰੀਬ ਨਵਾਜ ਸਤਿਗੁਰੂ ਜੀ ਦਾ ਉਪਦੇਸ਼ ਪ੍ਰਾਪਤ ਹੋਇਆ ਤੇ ਮਹਾਰਾਜ ਕਹਿੰਦੇ ਜਿਹੜੀਆਂ ਇੰਦਰੀਆਂ ਹਨ, ਬੁੱਧੀ ਦੀ ਸ਼ੁੱਧਤਾ ਹੋਣੇ ਕਰਕੇ, ਚੰਗਾ ਉਪਦੇਸ਼ ਮਿਲਣੇ ਕਰਕੇ, ਇੰਦਰੀਆਂ ਨੂੰ ਚੂਹੀਆਂ ਵੀ ਕਹਿੰਦੇ ਹੁਣ ਪਰਮਾਤਮਾ ਦਾ ਹੀ ਜਸ ਗਾਉਂਦੀਆਂ ਹਨ। ਕਛੂਆ ਸ਼ੰਖ ਵਜਾਵੈ। ਤੇ ਜਿਹੜਾ ਕਛੂਆ ਸੀ ਨਾ, ਕਦੇ ਵੀ ਕਿਸੇ ਨੂੰ ਮਨ ਰੂਪੀ ਕਛੂਆ ਗੁਣ ਦੇ ਕੇ ਦੇਣ ਤੋਂ ਬਾਰ-ਬਾਰ ਹਰ ਸਮੇਂ ਗੁਰੇਜ਼ ਹੀ ਕਰਦਾ ਰਹਿੰਦਾ ਸੀ। ਕਦੇ ਵੀ ਕਿਸੇ ਨੂੰ ਗੁਣ ਸਿਖਾਉਣ ਦੇ ਵਾਸਤੇ ਮਨ ਵਿੱਚ ਇਦਾਂ ਦਾ ਫੁਰਨਾ ਨਹੀਂ ਸੀ ਬਣਾਉਂਦਾ। ਸਾਧ ਸੰਗਤ ਜੀ ਬ੍ਰਹਮ ਵੇਤਿਆਂ ਦੇ ਬਚਨ ਹਨ, ਜਿਹੜਾ ਮਨੁੱਖ ਵਿਦਿਆ ਸਿੱਖ ਕੇ ਕਿਸੇ ਨੂੰ ਗੁਣ ਨਹੀਂ ਨਾ ਸਿਖਾਉਂਦਾ, ਕਛੂ ਕੁੰਮੇ ਦੀ ਜੂਨ ਵਿੱਚ ਪੈਂਦਾ, ਕਛੂ ਦੀ ਜੂਨ ਦੇ ਵਿੱਚ, ਉਹ ਕਛੂਆਂ ਦੀ ਜੂਨ ਦੇ ਵਿੱਚ ਪੈਂਦਾ। ਜਿਹੜਾ ਗੁਣ ਸਿੱਖ ਕੇ ਕਿਸੇ ਨੂੰ ਅੱਗੇ ਸਿਖਾਉਣ ਦੀ ਇੱਛਾ ਨਹੀਂ ਪ੍ਰਗਟ ਕਰਦਾ, ਗੁਣ ਸਿੱਖ ਕੇ ਹੋਰ ਨੇ ਕਿਸੇ ਨੂੰ ਸਿਖਾਉਂਦਾ, ਦੱਬ ਕੇ ਅੰਦਰ ਰੱਖੀ ਜਾਂਦਾ, ਉਹ ਕਹਿੰਦੇ ਕਛੂਆਂ ਦੀ ਜੂਨ ਦੇ ਵਿੱਚ ਪੈਂਦਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਇਹ ਮਨ ਪਹਿਲਾਂ ਕਛੂ ਦੀ ਤਰ੍ਹਾਂ ਗੁਣ ਸਿੱਖ ਕੇ ਕਿਸੇ ਨੂੰ ਵੀ ਸਿਖਾਉਣ ਦਾ ਕੋਈ ਯਤਨ ਨਹੀਂ ਸੀ ਕਰਦਾ, ਪਰ ਕਹਿੰਦੇ ਜਦੋਂ ਸਿੱਖਿਆ ਪ੍ਰਾਪਤ ਹੋਈ, ਬੁੱਧੀ ਸ਼ੁੱਧ ਹੋ ਗਈ ਹੈ, ਕਛੂਆ ਸ਼ੰਖ ਵਜਾਵੈ। ਫਿਰ ਗੁਣ ਸਿਖਾਉਣ ਵਾਲੇ ਕਹਿੰਦੇ ਸ਼ੰਖ ਵਜਾਉਂਦਾ ਹੈ, ਭਾਵ ਸ਼ੰਖ ਪੂਰਦਾ ਹੈ, ਆਓ ਆ ਕਰਕੇ ਭਲਿਓ ਸਾਡੇ ਤੋਂ ਗੁਣ ਸਿੱਖ ਲਓ। ਜੇ ਦੁਨਿਆਵੀ ਵਿਦਿਆ ਹੈ ਭਾਵੇਂ ਬ੍ਰਹਮ ਵਿਦਿਆ ਹੈ, ਮਹਾਰਾਜ ਕਹਿੰਦੇ ਜਿਹੜਾ ਮਨ ਰੂਪੀ ਕਛੂਆ ਨਾ ਫਿਰ ਸ਼ੰਖ ਵਜਾਉਂਦਾ, ਉੱਚੀ ਉੱਚੀ ਨਾਦ ਪੂਰਦਾ ਕਿ ਭਲਿਓ ਆਓ ਤੁਹਾਨੂੰ ਆ ਕਰਕੇ ਸਾਡੇ ਕੋਲ ਚੱਲ ਕੇ ਆਓ, ਤੁਹਾਨੂੰ ਗੁਣ ਸਿਖਾਈਏ, ਤੁਹਾਨੂੰ ਬ੍ਰਹਮ ਵਿਦਿਆ ਦੀ ਦਾਤ ਤੇ ਸਿੱਖਿਆ ਵੰਡੀਏ। ਮਹਾਰਾਜ ਕਹਿੰਦੇ ਫਿਰ ਸ਼ੰਖ ਪੂਰਦਾ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੋਹਲੇ ਗਾਉਂਦਾ ਹੈ। ਬੰਸ ਕੋ ਪੂਤ ਬਿਆਹਨ ਚੱਲਿਆ। ਬੰਸ ਦਾ ਪੁੱਤਰ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰਾ ਜਗਿਆਸੂ ਜਨ, ਅਥਵਾ ਸਤਿਗੁਰੂ ਜੀ ਦੇ ਪਿਆਰ ਵਾਲਾ, ਗੁਰੂ ਚਰਨਾਂ ਦਾ ਪਿਆਰ ਧਾਰਨ ਕਰਨ ਵਾਲਾ ਸੱਚਾ ਸਿੱਖ। ਮਹਾਰਾਜ ਕਹਿੰਦੇ ਹਨ ਅਕਾਲ ਪੁਰਖ ਪਰਮਾਤਮਾ ਜੀ ਦੀ ਜਿਹੜੀ ਚੇਤਨ ਦੀ ਅੰਸ਼ ਹੈ ਨਾ, ਇਹ ਜਾਣਨਾ ਕਰੋ ਕਿ ਬੰਸ ਇਹ ਬੰਸ ਦੀ ਤਰ੍ਹਾਂ ਹੈ। ਬੰਸ ਕੋ ਪੂਤ, ਪਰਮੇਸ਼ਰ ਦੀ ਚੇਤਨ ਸਦਾ ਜੀਵ ਦੇ ਅੰਦਰ ਹੋਣੇ ਕਰਕੇ ਪਰਮਾਤਮਾ ਦੀ ਅੰਸ਼ ਹੈ, ਇਹ ਪਰਮਾਤਮਾ ਦਾ ਹੀ ਜੀਵ ਪੁੱਤਰ ਹੈ। ਔਰ ਹਜੂਰ ਕਹਿੰਦੇ ਬਿਆਹਨ ਚੱਲਿਆ, ਕਿਹਨੂੰ ਵਿਆਹਣ ਵਾਸਤੇ ਚੱਲਿਆ? ਮੁਕਤੀ ਰੂਪ ਲਾੜੀ ਨੂੰ ਵਾਉਣ ਦੇ ਵਾਸਤੇ ਚੱਲਿਆ ਹੈ। ਮੁਕਤੀ ਰੂਪ ਇਸਤਰੀ ਨੂੰ, ਲਾੜੀ ਨੂੰ ਵਿਆਹਣ ਦੇ ਵਾਸਤੇ, ਵਰਨ ਦੇ ਵਾਸਤੇ ਤੁਰਿਆ ਹੈ। ਸੋਏ ਨੇ ਮੰਡਪ ਛਾਏ। ਤੇ ਫਿਰ ਕਹਿੰਦੇ ਹਨ ਕਿੱਥੇ ਜਾ ਕਰਕੇ ਮੁਕਤੀ ਰੂਪ ਲਾੜੀ ਨੂੰ ਵਿਆਹਿਆ ਵਰਿਆ?
ਮਹਾਰਾਜ ਕਹਿੰਦੇ ਸੁਨ ਅਫੁਰ ਸਮਾਧੀ ਦੇ ਵਿੱਚ ਜਾ ਕਰਕੇ, ਸੋਏ ਨੇ ਸੁਨ ਅਫੁਰ ਨਿਰਵਿਕਲਪ ਸਮਾਧੀ ਦੇ ਵਿੱਚ ਜਦੋਂ ਇਹ ਜੀਵ ਲੀਨ ਹੋਇਆ ਹੈ, ਤਦੋਂ ਫਿਰ ਕਹਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਰੂਪ ਰੂਪੀ ਮੰਡਪ ਦੇ ਵਿੱਚ ਛਾ ਗਿਆ, ਭਾਵ ਪਰਮਾਤਮਾ ਜੀ ਦਾ ਹੀ ਸਰੂਪ ਹੋ ਗਿਆ। ਵਾਹਿਗੁਰੂ ਜੀ ਦੇ ਸਰੂਪ ਦੀ ਅਭੇਰਤਾ ਪਾ ਲਈ ਹੈ ਜਦੋਂ ਇਹ ਜੀਵ ਨੇ ਮੁਕਤੀ ਰੂਪ ਲਾੜੀ ਨੂੰ ਵਰਿਆ ਹੈ। ਰੂਪ ਕੰਨਿਆ ਸੁੰਦਰ ਬੇਦੀ, ਇਸ ਪ੍ਰਕਾਰ ਕਹਿੰਦੇ ਹਨ ਕਿ ਬੜੀ ਸੁੰਦਰਤਾ ਹੈ, ਬੜੀ ਸੁੰਦਰਤਾ ਸਰੂਪ ਵਾਲੀ ਹੈ ਮੁਕਤੀ ਰੂਪ ਜਿਹੜੀ ਸਾਧ ਸੰਗਤ ਜੀ ਵਿੰਨੀ ਹੈ। ਮੁਕਤੀ ਰੂਪ ਲਾੜੀ ਨੂੰ ਜਿਹੜਾ ਵਿੰਨਿਆ ਹੈ, ਵਰ ਲਿਆ, ਮਹਾਰਾਜ ਕਹਿੰਦੇ ਹਨ ਮੁਕਤੀ ਦੀ ਦਾਤ ਪ੍ਰਾਪਤ ਕਰ ਲਈ ਹੈ। ਇਹ ਬੜੀ ਸੁੰਦਰ ਹੈ। ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਕਰਾਉਣ ਵਾਲੀ ਜੋ ਮੁਕਤੀ ਹੈ, ਇਹ ਬੜੀ ਸੁੰਦਰ ਸਰੂਪ ਵਾਲੀ ਹੈ। ਪਰਮਾਤਮਾ ਜੀ ਦੀ ਸਰੂਪ ਦੀ ਪ੍ਰਾਪਤ ਕਰਾਉਣ ਵਾਲੀ ਹੈ। ਸੱਸੈ ਸਿੰਘ ਗੁਣ ਗਾਏ, ਤੇ ਜਿਹੜਾ ਮਨ ਪਹਿਲਾਂ ਸਹੇ ਦੀ ਤਰ੍ਹਾਂ ਬੜਾ ਨਿਰਬਲ ਸੀ, ਕਮਜ਼ੋਰ ਸੀ, ਜਦੋਂ ਪਰਮਾਤਮਾ ਦੇ ਗੁਣ ਗਾਏ ਹੈ, ਸਿੰਘ ਸ਼ੇਰ ਦੀ ਤਰ੍ਹਾਂ ਬੜਾ ਬਲਵਾਨ ਬਣ ਗਿਆ ਹੈ। ਕਿਉਂਕਿ ਜਿੱਥੇ ਤਨ ਦੀ ਖੁਰਾਕ ਪ੍ਰਤੱਖ ਭੋਜਨ ਹੈ, ਉਥੇ ਮਨ ਦੀ ਖੁਰਾਕ ਪਰਮਾਤਮਾ ਦਾ ਸਿਮਰਨ ਹੈ। ਸਾਧ ਸੰਗਤ ਜੀ, ਪ੍ਰਤੱਖ ਭੋਜਨ ਨਾ ਛਕੀਏ ਤੇ ਤਨ ਦੁਰਬਲ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ। ਤੇ ਇਸੇ ਪ੍ਰਕਾਰ ਜੇ ਪਰਮਾਤਮਾ ਦਾ ਸਿਮਰਨ ਨਾ ਕਰੀਏ ਤੇ ਆਤਮਾ ਕਮਜ਼ੋਰ ਹੋ ਜਾਂਦੀ ਹੈ। ਮਨ ਜਿਹੜਾ ਬੜਾ ਕਮਜ਼ੋਰ ਹੋ ਜਾਂਦਾ, ਕਮਦਿਲਾ ਜਿਹਾ ਬਣ ਕੇ ਰਹਿੰਦਾ। ਇਹ ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਬਲਵਾਨ ਹਨ, ਪਰਮਾਤਮਾ ਨੇ ਬਲ ਬਖਸ਼ਿਸ਼ ਕੀਤਾ ਹੈ, ਇਹ ਸਾਰੀ ਬੰਦਗੀ ਦੀਆਂ ਖੇਡਾਂ ਹਨ। ਜਿਨ੍ਹਾਂ ਨੇ ਬਹੁਤਾ ਸਿਮਰਨ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਹੈ, ਤੇ ਇਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਉਹਨਾਂ ਨੂੰ ਆਤਮਿਕ ਬਲ ਬਹੁਤਾ ਬਖਸ਼ਿਸ਼ ਕੀਤਾ ਹੈ। ਇਸ ਲਈ ਕਹਿੰਦੇ ਹਨ ਸੱਸੈ ਸਿੰਘ ਗੁਣ ਗਾਏ। ਪਹਿਲਾਂ ਮਨ ਕਹਿੰਦੇ ਸਾਹੇ ਦੀ ਤਰ੍ਹਾਂ ਬੜਾ ਕਮਦਿਲਾ ਜਿਹਾ ਸੀਗਾ, ਥੋੜਾ ਜਿਹਾ ਬਲ ਸੀ ਆਤਮਾ ਦੇ ਵਿੱਚ, ਪਰ ਜਦੋਂ ਵਾਹਿਗੁਰੂ ਜੀ ਦੇ ਗੁਣ ਗਾਏ ਤੇ ਸਿੰਘ ਸ਼ੇਰ ਦੀ ਤਰ੍ਹਾਂ ਬੜਾ ਬਲਵਾਨ ਬਣ ਗਿਆ ਹੈ। ਕਹਿਤ ਕਬੀਰ ਸੁਨਹੁ ਰੇ ਸੰਤ ਹੋ, ਭਗਤ ਕਬੀਰ ਸਾਹਿਬ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰ ਰਹੇ ਹਨ, ਐ ਸਤਿਪੁਰਸ਼ੋ ਵਾਹਿਗੁਰੂ ਦੇ ਪਿਆਰੇ ਜਨੋ ਸੁਣਨਾ ਕਰੋ। ਕੀਟੀ ਪਰਬਤ ਖਾਇਆ, ਕਹਿੰਦੇ ਹਨ ਕਿ ਜਿਹੜਾ ਅਗਿਆਨ ਰੂਪੀ ਪਹਾੜ ਹੈ ਨਾ, ਇਸ ਨੂੰ ਨਿਮਰਤਾ ਰੂਪ ਕੀੜੇ ਨੇ ਖਾ ਲਿਆ ਹੈ। ਔਰ ਇਸੇ ਪ੍ਰਕਾਰ ਜਿਹੜਾ ਦੇਹ ਅਧਿਆਸ ਰੂਪੀ ਵੱਡਾ ਪਹਾੜ ਹੈ, ਇਹਨੂੰ ਨਿਮਰਤਾ ਨੇ ਖਾਣਾ ਕੀਤਾ। ਨਿਮਰਤਾਵਾਨ ਹੋ ਕੇ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੇ ਹਿਰਦੇ ਅੰਦਰ ਨਿਮਰਤਾ ਨਾ ਹੋਵੇ, ਹਿਰਦੇ ਦੀ ਗਰੀਬੀ ਨਾ ਧਾਰਨ ਕਰੇ, ਤੇ ਉਹ ਫਿਰ ਕਦਾਚਿਤ ਵੀ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ, ਕਦੇ ਕੋਈ ਸਿੱਖ ਨਹੀਂ ਸਕਦਾ ਜੀਵਨ ਦੇ ਅੰਦਰ। ਜੇ ਹੰਕਾਰ ਦੇ ਨਸ਼ੇ ਵਿੱਚ ਆ ਕੇ ਸਿੱਖਣ ਦਾ ਯਤਨ ਕਰਦਾ ਹੈ, ਤਾਂ ਹੀ ਸਾਧ ਸੰਗਤ ਜੀ ਇਹ ਜੋ ਵੇਦਾਂਤ ਦੇ ਅੰਦਰ ਗ੍ਰੰਥਾਂ ਵਿੱਚ ਬਚਨ ਲਿਖੇ ਹੋਏ ਹਨ ਕਿ ਜਿਵੇਂ ਜਿਹੜਾ ਜਿੱਥੇ ਸਿੱਖਿਆ ਵਾਲਾ ਸਿੱਖਣ ਵਾਲੇ ਦੇ ਗੁਣ ਹਨ, ਉੱਥੇ ਸਿਖਾਉਣ ਵਾਲੇ ਦੇ ਵੀ ਗੁਣ ਹਨ। ਜਿੱਥੇ ਵਿਦਿਆ ਦਾਤੇ ਦੇ ਅੰਦਰ ਗੁਣ ਹੋਣੇ ਚਾਹੀਦੇ ਹੈ, ਉਥੇ ਵਿਦਿਆਰਥੀ ਦੇ ਅੰਦਰ ਵੀ ਗੁਣ ਹੋਣੇ ਬਹੁਤ ਜ਼ਰੂਰੀ ਹਨ। ਕਿ ਸਿੱਖਣ ਦੇ ਕੀ ਗੁਣ ਹਨ, ਸਿਖਾਉਣ ਦੇ ਕੀ ਗੁਣ ਹਨ, ਇਹ ਸਾਧ ਸੰਗਤ ਜੀ ਸਾਰ ਕਿਤਾਬਲੀ ਗ੍ਰੰਥ ਉਹਦੇ ਵਿੱਚ ਸਾਰੇ ਬਚਨ ਲਿਖੇ ਹੋਏ ਹੈ। ਰਹੋ ਵਿਚਾਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕੀਟੀ ਪਰਬਤ ਖਾਇਆ। ਨਿਮਰਤਾਵਾਨ ਹੋ ਕੇ ਗਿਆਨ ਦੀ ਪ੍ਰਾਪਤੀ ਕਰਨੇ ਕਰਕੇ ਅਗਿਆਨ ਰੂਪੀ ਪਰਬਤ ਨੂੰ ਖਾ ਲਿਆ, ਅਪਾਵ ਕਰ ਦਿੱਤਾ ਹੈ। ਕਛੂਆ ਕਹੈ ਅੰਗਾਰ ਭੇ ਲੋਰੋ, ਫਿਰ ਕਹਿੰਦੇ ਹਨ ਕਿ ਮਨ ਰੂਪੀ ਕਛੂਆ ਕਹਿੰਦਾ ਕਿ ਹੋਰ ਵੀ ਤੁਹਾਨੂੰ ਉਪਦੇਸ਼ ਰੂਪੀ ਅੰਗਾਰਾਂ ਦੀ ਲੋੜ ਹੈ, ਤੇ ਦੱਸੋ ਹੁਣੇ ਲਿਆ ਕੇ ਦਿੰਦਾ ਹਾਂ। ਜਿਸ ਕਰਕੇ ਪਾਪ ਕਰਮਾਂ ਰੂਪੀ ਕੱਕਰ ਤੋਂ ਪਾਲੇ ਰੂਪੀ ਇਹ ਪਾਪ ਕਰਮਾਂ ਰੂਪੀ ਪਾਲੇ ਤੋਂ ਬਚ ਜਾਵੋਗੇ। ਮਹਾਰਾਜ ਕਹਿੰਦੇ ਮਨ ਰੂਪੀ ਜਿਹੜਾ ਕਛੂਆ ਹੈ, ਕਛੂਆ ਕਹੈ ਅੰਗਾਰ ਭੇ ਲੋਰੋ, ਕਿ ਜੇ ਤੁਹਾਨੂੰ ਪਾਪ ਕਰਮਾਂ ਦਾ ਪਾਲਾ ਲੱਗਦਾ ਪਿਆ, ਇਹਦੇ ਤੋਂ ਬਚਣ ਵਾਸਤੇ ਤੁਹਾਨੂੰ ਹੋਰ ਵੀ ਉਪਦੇਸ਼ ਰੂਪੀ ਜੋ ਅੰਗਾਰ ਲਿਆ ਕਰਕੇ ਦਿੰਦਾ ਹੈ। ਲੋਕੀ ਸ਼ਬਦ ਸੁਨਾਇਆ, ਔਰ ਇਸ ਪ੍ਰਕਾਰ ਜਿਹੜੀ ਲੂਕੀ ਭਾਵ ਜਿਹੜੀ ਨਿਮਰਤਾ ਹੈ, ਨਿਮਰਤਾ ਰੂਪੀ ਲੂਕੀ ਉਹਨੇ ਕਹਿੰਦੇ ਫਿਰ ਸ਼ਬਦ ਸੁਣਾ ਦਿੱਤਾ। ਅਥਵਾ ਚਿਤ ਬਿਰਤੀ ਜਿਹੜੀ ਹੈ ਨਾ, ਇਹ ਸਾਧ ਸੰਗਤ ਜਦੋਂ ਸ਼ੁੱਧ ਹੋ ਜਾਂਦੀ ਹੈ ਨਾ, ਫਿਰ ਕਹਿੰਦੇ ਹਨ ਸਭ ਦੇ ਮਨਾਂ ਵਿੱਚ ਜਾ ਕਰਕੇ ਸ਼ਬਦ ਸੁਣਾਉਂਦੀ ਹੈ। ਔਰ ਚਿਤ ਬਿਰਤੀ ਰੂਪ ਲੂਕੀ ਨੇ ਕਹਿੰਦੇ ਫਿਰ ਸ਼ਬਦ ਸੁਣਾਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਤੋਂ ਬਿਨਾ ਕਦਾਚਿਤ ਵੀ ਜੀਵਨ ਦਾ ਉਧਾਰ ਨਹੀਂ ਹੋ ਸਕਦਾ। ਚਿਤ ਬਿਰਤੀ ਜਦੋਂ ਸ਼ੁੱਧ ਹੋ ਜਾਂਦੀ ਹੈ,
ਉਦੋਂ ਫਿਰ ਸਮਝ ਪੈਂਦੀ ਹੈ ਕਿ ਸੰਸਾਰ ਅਸਤ ਹੈ, ਅਕਾਲ ਪੁਰਖ ਪਰਮਾਤਮਾ ਜੀ ਦਾ ਸਰੂਪ ਸਤ ਹੈ। ਪਰਮੇਸ਼ਰ ਸੱਚਾ ਹੈ, ਸੰਸਾਰ ਝੂਠਾ ਹੈ। ਇਹ ਮਾਇਆ ਦੇ ਸੁੱਖ ਵੀ ਜਿਹੜੇ ਹਨ ਅਸਤ, ਜੜ ਅਤੇ ਦੁੱਖ ਰੂਪ ਵਿੱਚ ਹਨ। ਪਰਮਾਤਮਾ ਦਾ ਸਰੂਪ ਸਤ, ਚੇਤਨ ਅਤੇ ਆਨੰਦ ਸਰੂਪ ਹੈ। ਸੰਸਾਰ ਦੇ ਸਾਰੇ ਜਿਹੜੇ ਮਾਇਆ ਦੇ ਸੁੱਖ ਅਸਤ, ਜੜ ਤੇ ਦੁੱਖ ਰੂਪ ਹਨ। ਇਹ ਜੀਵ ਨੂੰ ਤਾਂ ਸਮਝ ਪੈਂਦੀ ਹੈ ਜਦੋਂ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਪ੍ਰਾਪਤ ਕਰਦਾ ਹੈ। ਸਾਧ ਸੰਗਤ ਜੀ, ਸਮਾਂ ਕਾਫੀ ਹੋ ਚੁੱਕਾ ਹੈ ਔਰ ਇਹ ਸ਼ਬਦ ਦੇ ਭਾਵੇਂ ਹੋਰ ਵੀ ਅੰਤਰੀਵ ਬਹੁਤ ਸਾਰੇ ਅਰਥ ਹਨ, ਪਰ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ, ਗੁਰ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਬੰਸ ਕੋ ਪੂਤ ਬਿਆਹਨ ਚੱਲਿਆ, ਸੋਇ ਨੇ ਮੰਡਪ ਛਾਏ। ਰੂਪ ਕੰਨਿਆ ਸੁੰਦਰ ਬੇਦੀ, ਸੱਸੈ ਸਿੰਘ ਗੁਣ ਗਾਏ। ਕਹਿਤ ਕਬੀਰ ਸੁਨ ਹੋ ਰੇ ਸੰਤ, ਕੀਟੀ ਪਰਬਤ ਖਾਇਆ। ਕਛੁਆ ਕਹਿ ਅੰਗਾਰ ਭੇ ਲੋਰਵ, ਲੋਕੀ ਸ਼ਬਦ ਸੁਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।